ਸਾਹਿਬ ਜੀ। ਧੰਨ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁਖ ਸੁਖ ਤੁਝ ਹੀ ਪਾਸ। ਬੇਸਮਾਰ ਅਥਾਹ ਗਣੰਤ ਤੋਲੈ, ਜਿਉ ਬਿਲਾਵ ਤਉ ਨਾਨਕ ਦਾਸ ਬੋਲੇ। ਬੇਸਮਾਰ ਅਥਾਹ ਗਣੰਤ ਤੋਲੈ, ਜਿਉ ਬਿਲਾਵ ਤਉ ਨਾਨਕ ਦਾਸ ਬੋਲੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਵਸ ਜਾ ਕੇ। ਚਾਰ ਪਦਾਰਥ ਅਸ਼ਟ ਦਸ਼ਾ ਸਿੱਧ, ਨਵ ਨਿਧ ਕਰ ਤਲ ਤਾਂ ਕੇ। ਹਰ 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 ਨਾਮ ਜਪਹਿ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਰਹਾਉ ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, RAM ਨਾਮ
ਸਰ ਨਾਹੀ। ਸਹਿਜ ਸਮਾਦ ਉਪਾਦ ਰਹਿਤ ਫੁਨ। ਵੱਡੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪਰਗਾਸ ਹਿਰਦੈ ਧਰ। ਜਨਮ ਮਰਨ ਭੈ ਭਾਗੀ। ਸਹਿਜ ਸਮਾਦ ਉਪਾਦ ਰਹਿਤ ਫੁਨ। ਵੱਡੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪਰਗਾਸ ਹਿਰਦੈ ਧਰ। ਜਨਮ ਮਰਨ ਭੈ ਭਾਗੀ। ਪਰਮ ਸਨਮਾਨਯੋਗ ਪਤ ਪਾਵਨ ਭਗਤ ਵਸਲ ਕਿਰਪਾ ਨਿਧਾਨ ਸਤਿਗੁਰੂ ਗੁਰੂ ਗਰੀਬ ਨਿਵਾਸ ਸਾਰੇ ਹੀ ਸੰਸਾਰ ਦੇ ਸਾਂਝ ਰਹਿਬਰ ਜੁਗੋ ਜੁਗਾ ਟਲ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦੇ ਅੰਦਰ ਵਿਰਾਜਮਾਨ ਗੁਰੂ ਦੀ ਪਿਆਰੀ, ਗੁਰੂ ਦੀ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀਓ, ਬੜੇ ਹੀ ਅਦਬ, ਪਿਆਰ, ਸਤਿਕਾਰ ਔਰ ਨਿਮਰਤਾ ਸਹਿਤ ਗੁਰਫਤਿਹ ਪ੍ਰਵਾਨ ਕਰਨੀ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬ ਸੰਗਤਾਂ ਦੂਰੋਂ ਨੇੜੋਂ ਚੱਲ ਕਰਕੇ ਉਸ ਮਹਾਨ ਸ਼ਖਸੀਅਤ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਅੰਦਰ ਹਾਜ਼ਰੀ ਭਰਨ ਦੇ ਲਈ ਔਰ ਗੁਰੂ ਦੀ ਵਡਿਆਈ, ਗੁਰੂ ਦੀ ਕੀਰਤੀ ਨੂੰ ਸਰਵਣ ਕਰਨ ਵਾਸਤੇ ਆ ਕਰਕੇ ਸਤਿਗੁਰਾਂ ਨੂੰ ਨਤਮਸਤਕ ਹੋਏ ਹਾਂ। ਮੇਰੇ ਸਤਿਗੁਰੂ ਜੀ ਨੇ ਮਿਹਰਾਮਤ ਵਰਤਾਈ ਹੈ ਕਿ ਸਾਨੂੰ ਆਪਣੀ ਨਿੱਘੀ ਗੋਦ ਦੇ ਅੰਦਰ ਬਿਠਾ ਕਰਕੇ ਹਰੀ ਜਸ ਕਰਨ ਦਾ ਤੇ ਸੁਣਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਜੀ ਵਡਭਾਗੇ ਹੋ ਜੋ ਕਿ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਜੀ ਦੀ ਦੱਸੀ ਕਾਰ, ਦੱਸੀ ਮਰਜ਼ਾਦਾ ਔਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮ ਦੇ ਅਨੁਸਾਰ ਸਿਮਰ ਮਨਾ ਰਾਮ ਨਾਮ ਚਿਤਾਰੇ, ਵਸਰੈ ਹਿਰਦੈ ਗੁਰ ਚਰਨ ਪਿਆਰੇ। ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜੇ ਹੋਏ ਸਨ। ਗੁਰੂ ਸਵਾਰਿਓ, ਮਨੁੱਖ ਦੇ ਜੀਵਨ ਦਾ ਨਾ ਬਸ ਇੱਕ ਹੀ ਪੱਖ ਹੈ। ਉਹ ਪੱਖ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਨਾ, ਉਹਦੀ ਵਡਿਆਈ ਕਰਨਾ, ਉਹਦੀ ਉਸਤਤ ਕਰਨਾ। ਹੋਰ ਕੋਈ ਪੱਖ ਨਹੀਂ ਹੈ।
ਹਾਂ ਬਾਕੀ ਪੱਖ ਦੁਨੀਆ ਤੇ ਸੰਸਾਰ ਤੇ ਹੈ ਕਿ ਜਿਹੜੇ ਕਿਸੇ ਕੰਮ ਦੇ ਨਹੀਂ ਹੈ। ਆਪਾਂ ਅਕਸਰ ਹੀ ਬਾਣੀ ਦੇ ਅੰਦਰ ਪੜ੍ਹਦੇ ਹਾਂ, ਜੇਕਰ ਆਉਂਦਾ ਵੀ ਸਤਿਗੁਰੂ ਜੀ ਸਾਨੂੰ ਇਹ ਗੱਲ ਜਿਹੜੀ ਹੈ ਤੇ ਉਹ ਪਰਪੱਕਤਾ ਜਿਹੜੀ ਉਹ ਬਖਸ਼ਿਸ਼ ਕਰਦੇ ਨੇ ਵੀ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਬਸ ਜੀਵਨ ਦੇ ਵਿੱਚ ਆਪਣੇ 'ਚ ਜਪ ਲੈ ਕੇ ਆਉਣਾ ਹੈ ਤੇ ਬਾਕੀ ਜਿਹੜਾ ਸਭ ਕੁਝ ਉਹ ਨਿਰਫਲ ਹੈ। ਪਰ ਸਾਡੇ ਜੀਵਨ ਦੀ ਜਿਹੜੀ ਚੱਕਰੀ ਹੈ ਨਾ ਤੇ ਉਹ ਪੁੱਠੀ ਚੱਲਦੀ ਹੈ। ਬਾਕੀ ਕੰਮਾਂ ਨੂੰ ਅਸੀਂ ਅਹਿਮੀਅਤ ਦਿੰਦੇ ਹਾਂ ਤੇ ਸਿਮਰਨ ਨੂੰ ਅਸੀਂ ਅਹਿਮੀਅਤ ਨਹੀਂ ਦਿੰਦੇ। ਸਿਮਰਨ ਜਿਹੜਾ ਹੈ ਤੇ ਉਹਨੂੰ ਅਸੀਂ ਉਲਾਂਭੇ ਕੀਤਾ ਹੋਇਆ ਇੱਕ ਸਾਈਡ 'ਤੇ ਰੱਖ ਦਿੱਤਾ ਵੀ ਕੋਈ ਗੱਲ ਨਹੀਂ। ਪਰ ਸਤਿਗੁਰੂ ਜੀ ਵਾਰ-ਵਾਰ ਸਾਨੂੰ ਜਿਹੜੇ ਹੈਗੇ ਤੇ ਉਹ ਇਸੇ ਵੱਲ ਹੀ ਪ੍ਰੇਰਿਤ ਕਰਦੇ ਆ। ਆਪਾਂ ਜੀ ਗੁਰਬਾਣੀ ਦੇ ਅੰਦਰੋਂ ਪੜ੍ਹਦੇ ਹੋ ਨਾ ਵੀ ਕਹੋ ਨਾਨਕ ਤਤ ਵਿਚਾਰਾ ਬਿਨ ਹਰਿ ਭਜਨ ਨਾਹੀ ਛੁਟਕਾਰਾ। ਗੁਰਮਤਿ ਦੀ ਜੇ ਤਤ ਵਿਚਾਰ ਦੀ ਆਪਾਂ ਗੱਲ ਕਰੀਏ ਨਾ ਤੇ ਤਤ ਵਿਚਾਰ ਜਿਹਨੂੰ ਕਹਿੰਦੇ ਆ, ਤਤ ਵਿਚਾਰ ਜਿਹੜੀ ਹੈ ਤੇ ਉਹ ਵੀ ਸਿਮਰਨ ਦੇ ਵੱਲ ਹੀ ਪ੍ਰੇਰਿਤ ਕਰਦੀ ਹੈ। ਮਨੁੱਖ ਨੂੰ ਜਿਹੜਾ ਤੇ ਉਹ ਨਾਮ ਦੇ ਵੱਲ ਲੈ ਕੇ ਜਾਂਦੀ ਹੈ ਵੀ ਤੂੰ ਬੰਦਗੀ ਕਰ, ਤੂੰ ਸਿਮਰਨ ਕਰ, ਤੂੰ ਉਹਦੀ ਗੁਣਾਂ ਦੀ ਆਰਾਧਨਾ ਕਰ, ਉਹਦੇ ਗੁਣਾਂ ਨੂੰ ਜਪ। ਸਿਮਰਨ ਕਰੇਂਗਾ ਤਾਂ ਸੁੱਖ ਮਿਲੇਗਾ। ਦੋ ਗੱਲਾਂ ਹੀ ਹੁੰਦੀਆਂ। ਯਤਨ ਅਸੀਂ ਕਾਹਦੇ ਲਈ ਕਰਦੇ? ਦੁਨੀਆ ਤੇ ਸੰਸਾਰ ਤੇ ਜਿਹੜੇ ਯਤਨ ਕਰ ਰਹੇ ਆ ਨਾ ਇਹ ਕਾਹਦੇ ਲਈ ਨੇ? ਸੁੱਖਾਂ ਦੇ ਲਈ ਹੈ। ਦੁੱਖਾਂ ਲਈ ਤਾਂ ਕੋਈ ਨਹੀਂ ਕਰਦਾ। ਕਿਉਂਕਿ ਗੁਰੂ ਸਾਹਿਬ ਜੀ ਬਾਣੀ 'ਚ ਹੀ ਸਾਨੂੰ ਸਮਝਾਉਂਦੇ ਹੈ ਨਾ, ਯਤਨ ਬਹੁਤ ਸੌਖੇ ਕੀਏ ਦੁੱਖ ਕੋ ਕੀਓ ਨਾ ਕੋਏ। ਜਿੰਨੇ ਵੀ ਯਤਨ ਕੀਤੇ ਜਾਂਦੇ ਆ ਦੁਨੀਆ ਦੇ ਵਿੱਚ ਸੰਸਾਰ ਦੇ ਅੰਦਰ ਤੇ ਉਹ ਸਾਰੇ ਦੇ ਸਾਰੇ ਸੁੱਖਾਂ ਲਈ ਕੀਤੇ ਜਾਂਦੇ। ਜੇ ਯਤਨ ਸੁੱਖਾਂ ਦੇ ਲਈ ਕੀਤੇ ਜਾਂਦੇ ਨੇ ਤੇ ਫਿਰ ਆਪਾਂ ਗੁਰੂ ਸਾਹਿਬ ਜੀ ਨੂੰ ਵੀ ਸਵਾਲ ਕਰ ਲੈਣਾ ਚਾਹੀਦਾ ਵੀ ਸਤਿਗੁਰੂ ਵੀ ਅਸੀਂ ਯਤਨ ਉਪਰਾਲੇ ਹੱਥ ਪੈਰ ਬੜੇ ਮਾਰਦੇ ਹਾਂ ਵੀ ਸੁੱਖਾਂ ਦੀ ਜ਼ਿੰਦਗੀ ਬਤੀਤ ਕਰੀਏ, ਤੁਸੀਂ ਰਾਹ ਦੱਸ ਦਿਓ ਕੋਈ ਵੀ ਕਿਵੇਂ ਸੁੱਖਾਂ ਦੀ ਜ਼ਿੰਦਗੀ ਬਤੀਤ ਹੋ ਸਕਦੀ ਹੈ ਤੇ ਮੇਰੇ ਦੁੱਖ ਕਿਵੇਂ ਖਤਮ ਹੋ ਸਕਦੇ ਆ। ਗੁਰੂ ਸਾਹਿਬ ਜੀ ਨਾ ਫਿਰ ਸਾਨੂੰ ਇੱਕ ਸੇਧ ਦਿੰਦੇ ਨੇ, ਸਮਝਾਉਂਦੇ। ਸਤਿਗੁਰੂ ਜੀ ਕਹਿੰਦੇ ਦੋ ਗੱਲਾਂ ਨੇ, ਇੱਕ ਤਾਂ ਹੈ ਸੰਸਾਰੀ ਸੁੱਖ ਤੇ ਇੱਕ ਹੈ ਅਧਿਆਤਮਕ ਦਾ ਸੁੱਖ। ਸੁੱਖ ਦੋ ਤਰ੍ਹਾਂ ਦੇ ਆ ਗੁਰੂ ਸਵਾਰਿਓ, ਪਰ ਜ਼ਿਆਦਾਤਰ ਅਸੀਂ ਸੰਸਾਰੀ ਸੁੱਖਾਂ ਨਾਲ ਜੁੜੇ ਹਾਂ। ਅੰਦਰਲੇ ਸੁੱਖ ਦੀ ਅਸੀਂ ਕਦੇ ਗੱਲ ਕੀਤੀ ਨਹੀਂ ਹੈ। ਜਿਹੜਾ ਸਾਨੂੰ ਅੰਦਰੋਂ ਸੁੱਖ ਮਿਲਣਾ ਹੈ, ਅੰਦਰ ਸਾਨੂੰ ਜਿਹੜਾ ਆਨੰਦ ਮਿਲਣਾ ਹੈ, ਖੁਸ਼ੀ ਮਿਲਣੀ, ਉਹਦੀ ਗੱਲ ਨਹੀਂ। ਅਸੀਂ ਬਾਹਰਲੀ ਤੌਰ ਦੇ ਉੱਪਰ ਸੁੱਖ ਲੋੜਦੇ ਹਾਂ, ਲੋਚਦੇ ਹਾਂ। ਬਾਹਰਲੀ ਤੌਰ 'ਤੇ ਬਾਹਰਲੀ ਤੌਰ 'ਤੇ ਕੀ ਹੈ? ਧਨ ਦੌਲਤ ਚੰਗੀ ਹੋਵੇ, ਬੰਦਾ ਕਹਿੰਦਾ ਮੈਂ ਸੁੱਖ ਦੀ ਜ਼ਿੰਦਗੀ ਬਤੀਤ ਕਰ ਲਊਂ, ਘਰ-ਬਾਰ ਚੰਗਾ ਪਾਇਆ ਹੋਵੇ, ਮੇਰੀ ਸੁੱਖ ਦੀ ਜ਼ਿੰਦਗੀ ਬਤੀਤ ਹੋ ਜਾਣੀ ਹੈ, ਮੇਰੇ ਕੋਲ ਆਹ ਸਹੂਲਤਾਂ ਹੋਣ, ਮੈਂ ਸੁੱਖ ਦੀ ਜ਼ਿੰਦਗੀ ਬਤੀਤ ਕਰ ਲਊਂ। ਸਤਿਗੁਰੂ ਜੀ ਕਹਿੰਦੇ ਵੀ ਜਿਹਨੂੰ ਮਰਜ਼ੀ ਤੂੰ ਧਿਆਨ ਦੇ ਨਾਲ ਵੇਖ ਲਾ, ਗਹੁ ਦੇ ਨਾਲ ਵੇਖ ਕਦੇ ਵੀ ਜਿਹਦੇ ਕੋਲ ਸਾਰਾ ਕੁਝ ਹੈ, ਐਸੋ ਪ੍ਰਸਤੀ ਟੋਟਲ A to Z ਸਭ ਕੁਝ ਹੈ ਜਿਹਦੇ ਕੋਲ, ਤੇ ਕਦੇ ਉਹਦੇ ਕੋਲ ਬੈਠ ਕੇ ਕਦੇ ਸਾਂਝਾ ਕਰਕੇ ਵੇਖੀ ਵੀ ਉਹ ਕਿੰਨਾ ਕੁ ਸੁਖੀ ਹੈ। ਕਦੇ ਵਿਚਾਰ ਕਰਕੇ ਦੇਖੀ। ਤੈਨੂੰ ਦੁਨੀਆ ਤੇ ਸੰਸਾਰ ਤੇ ਇੱਕ ਵੀ ਨਜ਼ਰ ਨਹੀਂ ਆਏਗਾ ਕਿ ਜਿਹੜਾ ਸੁੱਖ ਮਾਣਦਾ ਹੋਵੇ। ਸਾਰੇ ਦੁਖੀ ਨਜ਼ਰ ਆਉਣਗੇ। ਜਿਵੇਂ ਭਗਤ ਫਰੀਦ ਜੀ ਕਹਿੰਦੇ ਆ ਨਾ, ਭਗਤ ਫਰੀਦ ਜੀ ਨੂੰ ਵੀ ਦੁੱਖ ਸੀਗਾ। ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦੇ ਹਾਂ। ਭਗਤ ਫਰੀਦ ਜੀ ਦਾ ਦੁੱਖ ਤੇ ਦੁਨੀਆ ਦੇ ਲੋਕਾਂ ਦਾ ਦੁੱਖ ਦਾ ਜ਼ਮੀਨ ਸਮਾਨ ਦਾ ਫਰਕ ਹੈ। ਉਹਨਾਂ ਦਾ ਦੁੱਖ ਵੱਖਰਾ ਹੈ ਤੇ ਪਰ ਉਹਨਾਂ ਦਾ ਦੁੱਖ ਵੱਖਰਾ ਹੈ, ਪਰ ਉਹਨਾਂ ਨੇ ਨਾਲ ਜੋੜੀ ਇਹ ਗੱਲ।
ਹੁਣ ਭਗਤ ਫਰੀਦ ਜੀ ਨੂੰ ਦੁੱਖ ਕਾਹਦਾ ਹੈ? ਇਹ ਪਹਿਲਾਂ ਆਪਾਂ ਸਮਝੀਏ ਵੀ ਭਗਤ ਫਰੀਦ ਜੀ ਨੂੰ ਦੁੱਖ ਕਾਹਦਾ ਹੈ। ਭਗਤ ਫਰੀਦ ਜੀ ਨੂੰ ਜਿਹੜਾ ਦੁੱਖ ਹੈ ਤੇ ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਦਾ। ਅੰਦਰ ਉਹਨਾਂ ਦੇ ਤੜਫਣਾ ਹੈ, ਵਿਛੋੜਾ ਹੈ, ਤੜਫਣਾ, ਮਿਲਣ ਦੀ ਤਾਂਘ ਹੈ ਇੱਕ, ਵੀ ਮੈਂ ਤੈਨੂੰ ਮਿਲਣਾ ਚਾਹੁੰਦਾ, ਐ ਮੇਰੇ ਮਾਲਕ ਹੈ, ਮੈਂ ਤੈਨੂੰ ਵੇਖਣਾ ਚਾਹੁੰਦਾ। ਕਿਉਂ ਵੇਖਣਾ ਚਾਹੁੰਦੇ? ਉਹ ਇਸ ਕਰਕੇ ਵੇਖਣਾ ਚਾਹੁੰਦੇ ਨੇ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਨੰਦ ਦੇ ਰਹੇ ਆ ਨਾ, ਜਿਹਨੇ ਮੈਨੂੰ ਇੰਨਾ ਵਧੀਆ ਨਾਮ ਰੂਪੀ ਰਸ ਦਿੱਤਾ, ਤੇ ਮੈਂ ਇਹਨੂੰ ਵੇਖਾਂ ਤਾਂ ਸਹੀ ਹੈ, ਉਹ ਹੈ ਕਿਸ ਤਰ੍ਹਾਂ ਦਾ, ਮੈਂ ਉਹਨੂੰ ਮਿਲਣਾ ਚਾਹੁੰਦਾ ਹੈ ਵੀ ਉਹ ਕਿਸ ਤਰ੍ਹਾਂ ਦਾ ਹੈ। ਹੁਣ ਭਗਤ ਫਰੀਦ ਜੀ ਭਾਲ ਦੇ ਵਿੱਚ ਜਾਂਦੇ ਹੈ, ਲੱਭਦੇ ਪਏ ਨੇ, ਉਹ ਕਿਤੇ ਕਿਤੇ ਲੱਭ ਰਹੇ ਨੇ, ਕਿਤੇ ਕਿਤੇ ਜਾ ਰਹੇ ਹੈ ਵੀ ਮੈਨੂੰ ਕਿਤੇ ਲੱਭ ਜਾਏ, ਮਿਲ ਜਾਏ। ਆਪ ਜੀ ਸਾਰੇ ਉਹਨਾਂ ਦੇ ਵਚਨ ਪੜ੍ਹਦੇ ਹੋ ਵੀ ਫਰੀਦਾ ਜੰਗਲ ਜੰਗਲ ਕਿਆ ਪਵੇ ਵਨ ਕੰਢੇ ਮੋੜੇ। ਜੰਗਲਾਂ ਦੇ ਵਿੱਚ ਵੀ ਲੱਭ ਕੇ ਵੇਖ ਲਿਆ, ਕੰਢੇ ਮੁੜ ਕੇ ਆ ਕੇ ਆਇਆ, ਵਾਪਸ ਨਹੀਂ ਲੱਭਿਆ, ਬੈਠ ਜਾਂਦੇ ਨੇ। ਫਿਰ ਜ਼ਿਕਰ ਕਰਦੇ ਨੇ ਵੀ ਮੇਰੇ ਮਾਲਕਾ ਤੂੰ ਹੈ ਕਿੱਥੇ ਹੈ, ਤੇ ਜਿੰਨਾ ਸਮਾਂ ਤੂੰ ਮੈਨੂੰ ਮਿਲਦਾ ਨੇ ਤੇ ਮੈਂ ਸਮਝਾਂਗਾ ਉਹਨਾਂ ਸਮਾਂ ਮੈਨੂੰ ਸੁੱਖ ਨਹੀਂ ਮਿਲਿਆ, ਮੈਨੂੰ ਬੜਾ ਦੁੱਖ ਹੈ ਕਿ ਤੂੰ ਮੈਨੂੰ ਨਹੀਂ ਮਿਲਦਾ ਪਿਆ। ਫਿਰ ਆਂਢੀ ਗੁਆਂਢੀ ਦੇ ਕੋਲ ਗੱਲ ਕਰਦੇ, ਦੇਖਦੇ ਆ ਵੀ ਭਾਈ ਮੈਨੂੰ ਦੱਸ ਦਿਓ ਵੀ ਉਹ ਕਿੱਥੇ ਮਿਲੇ ਮੈਨੂੰ। ਤੇ ਆਂਢੀ ਗੁਆਂਢੀ ਵੀ ਫਿਰ ਉਹਨੂੰ ਕਹਿੰਦੇ ਫਰੀਦਾ, ਕਹਿੰਦੇ ਤੂੰ ਆਪਣੇ ਦੁੱਖ ਨੂੰ ਕੀ ਰੋਂਦਾ ਪਿਆ, ਤੂੰ ਸਾਡੇ ਸੁਣ ਲੈ। ਉਹ ਸੌਖੀ ਜੀ ਕਹਾਵਤ ਸਤਿਗੁਰੂ ਜੀ ਵੀ ਬਾਣੀ ਸਮਝਾਉਂਦੇ ਨੇ, ਕਿਸ ਪੈ ਖੋਲੂੰ ਗੱਠੜੀ ਸਭ ਦੁਖੀ ਭਰ ਆਇਆ। ਮੈਂ ਆਪਣੇ ਦੁੱਖਾਂ ਦੀ ਗੱਲ ਸੁਣਾਵਾਂ ਤਾਂ ਸੁਣਾਵਾਂ ਕਿਹਨੂੰ, ਤੇ ਮੇਰੇ ਤੋਂ ਵੀ ਵੱਡੇ ਦੁਖੀ ਬੈਠੇ ਆ। ਇਸ ਕਰਕੇ ਤਾਂ ਫਿਰ ਫਰੀਦ ਜੀ ਨੂੰ ਕਹਿਣਾ ਪਿਆ ਨਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਵੇਖਿਆ ਕਰ ਕਰ ਇਹਾਗ। ਮੈਨੂੰ ਤਾਂ ਕਦੇ ਨਜ਼ਰ ਇੱਦਾਂ ਆਉਂਦਾ ਸੀ ਵੀ ਮੈਂ ਦੁਖੀ ਹਾਂ, ਕਹਿੰਦੇ ਜਦੋਂ ਮੈਂ ਦੂਜੇ ਨਾਲ ਮਤਲਬ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਨੂੰ ਮੈਂ ਆਪਣੇ ਦੁੱਖ ਸੁਣਾਉਣ ਦਾ ਯਤਨ ਕੀਤਾ ਤੇ ਅਗਲਿਆਂ ਨੇ ਆਪਣਾ ਦੁੱਖ ਸੁਣਾਉਣਾ ਸ਼ੁਰੂ ਕਰ ਦਿੱਤਾ, ਮੈਂ ਤਾਂ ਵੱਡੇ ਦੁਖੀ ਨੇ। ਕਹਿਣ ਤੋਂ ਮੁਰਾਦ ਇਹ ਹੈ ਗੁਰੂ ਸਵਾਰੋ, ਦੁਨੀਆ ਦੇ ਵਿੱਚ ਨਾ, ਸੰਸਾਰ ਦੇ ਅੰਦਰ ਅਸੀਂ ਸਾਰੇ ਹੀ ਸੁੱਖਾਂ ਨੂੰ ਲੋੜਦੇ ਹਾਂ, ਪਰ ਦੁਨੀਆ ਤੇ ਸੰਸਾਰ ਤੇ ਸਾਨੂੰ ਕੋਈ ਇਹੋ ਜਿਹਾ ਜੀਵ ਨਹੀਂ ਮਿਲਿਆ ਜਿਹੜਾ ਸੁੱਖਾਂ ਦੀ ਜ਼ਿੰਦਗੀ ਬਤੀਤ ਕਰਦਾ ਹੋਵੇ, ਵੀ ਮੈਂ ਸੁੱਖ ਮਾਣਦਾ, ਆਨੰਦ ਦੀ ਜ਼ਿੰਦਗੀ। ਜਿਹਨੂੰ ਮਰਜ਼ੀ ਤੁਸੀਂ ਕਿ ਵੇਖ ਲਓ ਵੀ ਸੰਸਾਰ ਰੂਪੀ ਸੁੱਖ ਜਿਹੜੇ ਹੈ ਜਿਨ੍ਹਾਂ ਨੂੰ ਅਸੀਂ ਲੋੜਦੇ ਪਏ ਹਾਂ, ਉਹਨਾਂ ਦੀ ਗੱਲ ਨਹੀਂ। ਅਸਲ ਦੇ ਵਿੱਚ ਸਦੀਵ ਸੁੱਖ ਦੀ ਗੱਲ ਹੈ। ਸੰਸਾਰਕ ਤੌਰ 'ਤੇ ਚੀਜ਼ ਕੋਲੇ ਹੋਵੇ ਕੋਈ ਫਰਕ ਨਹੀਂ ਪੈਣ ਲੱਗਿਆ, ਛੋਟੀ ਹੋਵੇ ਵੱਡੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਹੋਵੇ ਤਾਂ ਵੀ ਕੋਈ ਗੱਲ ਨਹੀਂ, ਨਾ ਹੋਵੇ ਤਾਂ ਵੀ ਕੋਈ ਗੱਲ ਨਹੀਂ, ਫਿਰ ਵੀ ਆਨੰਦ ਦੀ ਜ਼ਿੰਦਗੀ ਜਿਉਣੀ ਹੈ, ਖੁਸ਼ੀ ਦੀ ਜ਼ਿੰਦਗੀ। ਇਸ ਤਰ੍ਹਾਂ ਦਾ ਜੀਵਨ ਜਿਹੜਾ ਹੈ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਪਏ ਨੇ, ਕਹਿੰਦੇ ਭਲਿਆ ਜੇ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਜੇ ਸਦੀ ਵਾਸਤੇ ਅਸੀਂ ਸੁੱਖ ਚਾਹੁੰਦੇ ਹਾਂ ਨਾ, ਵੀ ਸਾਨੂੰ ਸਦਾ ਵਾਸਤੇ ਸੁੱਖ ਮਿਲ ਜਾਏ, ਉਹਦੀ ਸ਼ਰਨ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ, ਸਦੀਵ ਆਨੰਦ ਨਹੀਂ ਮਿਲ ਸਕਦਾ। ਇਹ ਵੀ ਗੁਰਬਾਣੀ ਅੰਦਰ ਹੀ ਪੰਚਮ ਪਿਤਾ ਜੀ ਸਾਨੂੰ ਸਮਝਾਉਂਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਵਿਣਸੇ ਸੁਖ ਪਾਇਆ। ਕਦੋਂ ਸੁਖ ਪਾਇਆ? ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜਦੋਂ ਮੇਰਾ ਪ੍ਰਭੂ ਵਾਹਿਗੁਰੂ ਜੀ ਮੇਰੇ 'ਤੇ ਦਿਆਲ ਹੋ ਜਾਏ, ਜਦੋਂ ਮੇਰੇ ਗੁਰੂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ, ਤਾਂ ਮੇਰੇ ਮਾਲਕ ਜੀ ਕਹਿਣ ਲੱਗੇ ਭਲਿਆ, ਉਦੋਂ ਕਹਿੰਦੇ ਤੈਨੂੰ ਉਹਦੀ ਸ਼ਰਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਊਗੀ, ਫਿਰ ਆਨੰਦ ਮਿਲੂਗਾ, ਟਿਕਾ ਮਿਲੇਗਾ। ਪਰ ਅਸੀਂ ਉਹ ਸੁੱਖ ਦੀ ਤਾਂ ਕਦੇ ਗੱਲ ਹੀ ਨਹੀਂ ਹੈ ਸਾਡੇ ਕੋਲ ਹੈ ਸੰਸਾਰੀ ਸੁੱਖਾਂ ਦੀ ਗੱਲ, ਸੰਸਾਰੀ ਮੰਗਾਂ ਦੀ ਗੱਲ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਆਹ ਯਤਨ ਨਾ ਜਿੰਨੇ ਵੀ ਨੇ, ਇਹ ਸਾਰੇ ਸੁੱਖਾਂ ਦੇ ਲਈ ਕਰਦਾ ਹਾਂ, ਪਰ ਜੇ ਅਸੀਂ ਸੁੱਖਾਂ ਨੂੰ ਚਾਹੁੰਦੇ ਹਾਂ ਵੀ ਸਾਨੂੰ ਸੁੱਖ ਮਿਲ ਜਾਣ, ਤਾਂ ਮੇਰੇ ਮਾਲਕ ਜੀ ਨੇ ਸਿਰਫ ਇੱਕੋ ਇੱਕ ਕੰਮ ਕਰਨ ਵਾਸਤੇ ਸਾਨੂੰ ਕਿਹਾ
ਉਹ ਸਾਨੂੰ ਕਿਹਾ ਵੀ ਉਹਦੀ ਬੰਦਗੀ ਕਰਨੀ ਹੈ ਅਤੇ ਉਹਦਾ ਨਾਮ ਜਪਣਾ ਹੈ ਅਤੇ ਉਹਦਾ ਸਿਮਰਨ ਕਰਨਾ ਹੈ। ਅਤੇ ਜੇ ਅਸੀਂ ਉਹਦਾ ਸਿਮਰਨ ਕਰਨ ਲਈਏ ਤਾਂ ਸਾਨੂੰ ਜਿਹੜਾ ਹੈਗਾ ਉਹ ਸਦੀਵ ਸੁੱਖ ਮਿਲ ਸਕਦਾ ਹੈ, ਜੀ ਆਨੰਦ ਮਿਲ ਸਕਦਾ। ਆਨੰਦ ਉਦੋਂ ਮਿਲੇਗਾ ਕਿ ਜਦੋਂ ਉਹਦੀ ਆਰਾਧਨਾ ਕਰ ਲਈਏ, ਜਪ ਲਈਏ ਬਸ। ਅਤੇ ਬਾਕੀ ਸਾਰਾ ਕੁਝ ਫਿਰ ਆਪਾਂ ਜ਼ਿਕਰ ਕਰਦੇ ਵੀ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਸਿਮਰਨ ਦੇ ਵੱਲ ਹੀ ਪ੍ਰੇਰਿਤ ਕਰਦੇ ਨੇ। ਸੁੱਖਾਂ ਦੀ ਜੇ ਗੱਲ ਕਰਦੇ ਆ ਤਾਂ ਵੀ ਉਹ ਸਿਮਰਨ ਦੀ ਗੱਲ ਕਰਦੇ ਨੇ ਵੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਜਿਹਨੇ ਮੰਤਰ ਨੂੰ ਦ੍ਰਿੜ ਕਰ ਲਿਆ, ਸਤਿਗੁਰੂ ਜੀ ਕਹਿੰਦੇ ਉਹਨੂੰ ਸਦੀਵ ਸੁੱਖ ਮਿਲਦਾ, ਅੰਦਰਲਾ ਸੁੱਖ ਜਿਹਨੂੰ ਕਹਿੰਦੇ। ਅਤੇ ਬਾਹਰਲੀ ਤੌਰ 'ਤੇ ਵੀ ਉਹ ਸੁਖੀ ਹੋਏਗਾ ਅਤੇ ਅੰਦਰੋਂ ਵੀ ਉਹ ਸੁਖੀ ਹੋਏਗਾ। ਪਰ ਇੱਥੇ ਮੈਂ ਥੋੜ੍ਹੇ ਜਿਹੇ ਰੋਕ ਕੇ ਬਚਨ ਕਰਨੇ ਚਾਹਾਂ ਵੀ ਸਾਡੇ ਦੁਨੀਆ ਦੇ ਲੋਕਾਂ ਦਾ ਜਿਹੜਾ ਸੁਭਾਅ ਆ ਨਾ ਗੁਰੂ ਸਵਾਰਿਓ, ਉਹ ਕੁਝ ਹੋਰ ਹੈ। ਇੱਕ ਸੌਖੀ ਜਿਹੀ ਕਹਾਣੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਗੱਲ ਸਪਸ਼ਟ ਹੋ ਜਾਏ। ਇੱਕ ਵਾਰ ਕੀ ਹੋਇਆ ਵੀ ਇੱਕ ਬਜ਼ੁਰਗ ਮਾਤਾ ਜਿਹੜੀ ਹੈ ਨਾ, ਬੜੀ ਔਖੀ ਹੈ ਘਰ ਦੇ ਵਿੱਚ, ਪਰਿਵਾਰਕ ਤੌਰ 'ਤੇ ਬੜੇ ਉਹਨੂੰ ਦੁੱਖ ਨੇ। ਪਰਿਵਾਰਕ ਤੌਰ 'ਤੇ ਉਹ ਆਪਣੇ ਦੁੱਖਾਂ ਨੂੰ ਲੈ ਕਰਕੇ ਆਪਣੇ ਦੁੱਖਾਂ ਨੂੰ ਫਰੋਲਦੀ ਪਈ। ਇਹ ਆਪਣੇ ਦੁੱਖਾਂ ਦੀ ਗੱਲ ਜਿਹੜੀ ਹੈ ਤੇ ਦੂਸਰਿਆਂ ਦੇ ਨਾਲ ਸ਼ੇਅਰ ਕਰਦੀ ਹੈ, ਸਾਂਝੀ ਕਰਦੀ ਹੈ। ਅਤੇ ਕਿਸੇ ਨੇ ਇਹਨੂੰ ਦੱਸ ਪਾ ਦਿੱਤੀ ਵੀ ਜੇ ਤੂੰ ਆਪਣੇ ਘਰ ਨੂੰ ਬਚਾਉਣਾ ਚਾਹੁੰਦੀ ਹੈ, ਵੀ ਜੇ ਤੂੰ ਚਾਹੁੰਦੀ ਹੈ ਵੀ ਤੈਨੂੰ ਸੁੱਖ ਮਿਲ ਜਾਣ, ਤਾਂ ਫਲਾਣੇ ਬਾਬੇ ਕੋਲ ਜਿਹੜਾ ਗਾ ਅਤੇ ਉਹ ਜਾ ਕੇ ਆ ਅਤੇ ਉਹ ਤੇਰਾ ਉਪਾਅ ਕਰ ਦੇਗਾ। ਉਹ ਤੈਨੂੰ ਜਿਹੜੇ ਹੈਗੇ ਉਹ ਰਸਤਾ ਵਿਖਾ ਦੇਗਾ, ਤੈਨੂੰ ਸੁੱਖਾਂ ਦੇ ਵੱਲ ਤੈਨੂੰ ਪ੍ਰੇਰਿਤ ਕਰ ਦੇਗਾ। ਹੁਣ ਜਿਹੜਾ ਬੰਦਾ ਦੁਖੀ ਹੁੰਦਾ ਅਤੇ ਉਹ ਦੂਸਰੀ ਦੀ ਗੱਲ ਸੁਣ ਕੇ ਫਿਰ ਮਗਰ ਲੱਗ ਲੈਂਦਾ। ਅਤੇ ਇਸ ਬੇਬੇ ਨੇ ਕੀ ਕੀਤਾ ਵੀ ਇਹ ਉਸ ਬਾਬੇ ਦੇ ਕੋਲ ਚੱਲੀ ਗਈ ਅਤੇ ਬਾਬਾ ਬੜਾ ਸਿਆਣਾ ਸੀਗਾ, ਸਮਝਦਾਰ ਸੀਗਾ। ਬਾਬੇ ਦੇ ਕੋਲ ਆ ਕਰਕੇ ਬੈਠੇ ਅਤੇ ਬਾਬੇ ਨੂੰ ਕਹਿਣ ਲੱਗੀ ਵੀ ਬਾਬਾ ਜੀ ਆਪ ਜੀ ਕਿਰਪਾ ਕਰੋ ਵੀ ਪਰਿਵਾਰਕ ਤੌਰ 'ਤੇ ਬੜੇ ਦੁਖੀ ਹਾਂ, ਘਰ ਦੇ ਵਿੱਚ ਬੜਾ ਕਾਟੋ ਕਲੇਸ਼ ਹੈ ਅਤੇ ਠੀਕ ਨਹੀਂ ਹੁੰਦਾ ਪਿਆ, ਅਤੇ ਪੈਸਾ ਕੋਈ ਨਹੀਂ ਖੜਦਾ ਪਿਆ, ਅਤੇ ਕਾਟੋ ਕਲੇਸ਼ ਵੱਧਦਾ ਜਾ ਰਹੇ ਹੈ, ਅਤੇ ਆਪ ਜੀ ਉਪਾਅ ਕਰੋ, ਕੋਈ ਕਿਰਪਾ ਕਰੋ। ਬਾਬਾ ਕਹਿਣ ਲੱਗਾ ਵੀ ਭੈਣ ਮੇਰੀਏ, ਵੀ ਕਰਨਾ ਤਾਂ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੈ, ਵੀ ਤੂੰ ਇੱਦਾਂ ਕਰਿਆ ਕਰਨਾ ਅਤੇ ਉਹਦੀ ਬੰਦਗੀ ਕਰਿਆ ਕਰ, ਬਸ ਉਹਦਾ ਨਾਮ ਜਪਿਆ ਕਰ, ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਅਤੇ ਸਾਰਾ ਕੁਝ ਠੀਕ ਹੋ ਜਾਊ। ਅਤੇ ਬੇਬੇ ਕਹਿਣ ਲੱਗੀ ਵੀ ਬਾਬਾ ਜੀ ਇੰਨਾ ਟਾਈਮ ਕਿੱਥੇ ਹੈ ਸਾਡੇ ਕੋਲ, ਵੀ ਮੈਂ ਬਾਣੀ ਪੜ੍ਹ ਲਵਾਂ ਜਾਂ ਮੈਂ ਸਿਮਰਨ ਕਰਾਂ, ਵੀ ਮੇਰੇ ਕੋਲ ਇੰਨਾ ਟਾਈਮ ਨਹੀਂ, ਵੀ ਤੁਸੀਂ ਕਿਰਪਾ ਕਰ ਦਿਓ ਅਤੇ ਬਾਣੀ ਤੁਸੀਂ ਪੜ੍ਹਦੇ ਹੋ ਅਤੇ ਜੋ ਤੁਸੀਂ ਤੁਹਾਡਾ ਖਰਚਾ ਪਾਣੀ ਜਿਹੜਾ ਹੋਊਗਾ ਅਤੇ ਉਹ ਮੈਂ ਮਤਲਬ ਕਿ ਦੇ ਦੇਵਾਂ, ਅਤੇ ਆਧਾਰ ਜਿਹੜਾ ਗਾ ਅਤੇ ਉਹ ਮਤਲਬ ਕਿ ਸਾਡਾ ਹੋਣਾ ਚਾਹੀਦਾ, ਜਿਸ ਤਰ੍ਹਾਂ ਅੱਜ ਦੀ ਮਤਲਬ ਕਿ ਫਿਰਤ 'ਤੇ ਚੱਲਦੀ ਪਈ ਹੈ। ਬਾਬਾ ਕਹਿਣ ਲੱਗਾ ਵੀ ਨਹੀਂ ਬਈ ਇੱਦਾਂ ਨਹੀਂ ਹੋ ਸਕਦਾ, ਵੀ ਤੂੰ ਆਪ ਖੁਦ ਟਾਈਮ ਕੱਢਿਆ ਕਰ, ਬਾਣੀ ਪੜ੍ਹਿਆ ਕਰ, ਗੁਰੂ ਭਲੀ ਕਰੇਗਾ, ਗੁਰੂ ਕਿਰਪਾ ਕਰੂ। ਪਰ ਬੇਬੇ ਕਿੱਥੇ ਮੰਨਦੀ। ਬੇਬੇ ਕਹਿੰਦੀ ਵੀ ਬਾਬਾ ਜੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਵੀ ਮੈਂ ਬਾਣੀ ਪੜ੍ਹਾਂ ਜਾਂ ਕੁਝ ਕਰਾਂ, ਵੀ ਤੁਸੀਂ ਆਪ ਖੁਦ ਭਜਨ ਬੰਦਗੀ ਤੁਸੀਂ ਆਪ ਕਰੋ, ਜਾਂ ਕੋਈ ਹੋਰ ਕੋਈ ਉਪਾਅ ਦੱਸੋ ਵੀ ਜਿਹੜਾ ਮੈਂ ਕਰ ਸਕਾਂ, ਮੈਂ ਕਰਨ ਯੋਗ ਹੋਵਾਂ। ਹੁਣ ਇਹ ਗੁਰਸਿੱਖ ਬਾਬਾ ਵੀ ਜਿਹੜਾ ਹੈਗਾ ਅਤੇ ਉਹ ਸਮਝ ਗਿਆ ਵੀ ਇਹ ਬੇਬੇ ਨੇ ਇੱਦਾਂ ਸਮਝਣਾ ਕੋਈ ਨਹੀਂ ਹੈ, ਵੀ ਕਿਸੇ ਤਰੀਕੇ ਨਾਲ ਇਹਨੂੰ ਸਮਝਾਉਣਾ ਪੈਣਾ। ਹੁਣ ਇਹਨੇ ਕੀ ਕੀਤਾ ਵੀ ਇਸ ਬਜ਼ੁਰਗ ਮਾਤਾ ਨੂੰ ਕਹਿਣ ਲੱਗਿਆ ਵੀ ਮਾਂ ਵੀ ਇੱਦਾਂ ਕਰਿਆ ਕਰ, ਵੀ ਜੇ ਤੂੰ ਬਾਣੀ ਨਹੀਂ ਨਾ ਪੜ੍ਹ ਸਕਦੀ, ਤੇਰੇ ਕੋਲ ਸਮਾਂ ਨਹੀਂ ਹੈ, ਤੂੰ ਸਿਮਰਨ ਨਹੀਂ ਕਰ ਸਕਦੀ, ਤੇਰੇ ਕੋਲ ਸਮਾਂ ਨਹੀਂ ਹੈ, ਵੀ ਇੱਕ ਕੰਮ ਕਰ ਸਕਦੀ। ਉਹ ਕਹਿੰਦੀ ਵੀ ਹਾਂ ਕਿਹੜਾ ਕੰਮ। ਉਹ ਕਹਿਣ ਲੱਗਾ ਵੀ ਤੂੰ ਨਾ ਕੀੜਿਆਂ ਵਾਲੇ ਭੌਣ ਦੇ ਉੱਪਰ ਜਾ ਕਰਕੇ ਨਾ ਤਿਲ ਚੌਲੀ ਪਾ ਕੇ ਆਇਆ ਕਰੇ, ਇੱਕ ਹਫ਼ਤਾ ਲਗਾਤਾਰ ਤੂੰ ਤਿਲ ਚੌਲੀ ਪਾਉਣੀ ਹੈ।
ਤੇ ਉਸ ਤੋਂ ਬਾਅਦ ਫਿਰ ਜਿਹੜਾ ਗਾ ਤੇ ਆ ਕਰਕੇ ਜਿਹੜਾ ਆਧਾਰ ਹੋਊਗਾ। ਹੁਣ ਬੇਬੇ ਨੂੰ ਚਾਅ ਚੜ੍ਹ ਗਿਆ ਵੀ ਆਹ ਤਾਂ ਕੰਮ ਸੌਖਾ ਹੀ ਹੈ, ਕਿਉਂਕਿ ਨਾਮ ਜਪਣਾ ਤੇ ਬਾਣੀ ਪੜ੍ਹਨੀ ਤਾਂ ਬੜੀ ਔਖੀ ਲੱਗਦੀ ਹੈ ਨਾ। ਆਪਾਂ ਗੱਲ ਉਹ ਕਰਨੀ, ਇਹਨੂੰ ਸਮਝਣ ਦਾ ਯਤਨ ਕਰਿਓ। ਕਦੇ ਇਹ ਨਾ ਸੋਚ ਲਓ ਵੀ ਇੱਥੇ ਤਿਲ ਚੌਲੀ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ, ਮੈਂ ਗੱਲ ਸੱਚ ਦੀ ਕਰਨੀ। ਬਾਬੇ ਨੂੰ ਸਮਝਾਉਣ ਦਾ ਢੰਗ ਬੜਾ ਵਧੀਆ, ਤੇ ਬੇਬੇ ਨੂੰ ਵੀ ਬੜਾ ਫਿੱਟ ਬੈਠਾ ਵੀ ਵਾਕਈ ਤਿਲ ਚੌਲੀ ਪਾ ਕਰਕੇ ਹੋ ਸਕਦਾ ਵੀ ਆਧਾਰ ਹੋ ਜਾਏ। ਇਹ ਪਿਰਤਾਂ ਅੱਜ ਪਹਿਲਾਂ ਵੀ ਚੱਲਦੀਆਂ, ਅੱਜ ਵੀ ਬੜੀਆਂ ਚੱਲਦੀਆਂ। ਅੱਜ ਵੀ ਲੋਕ ਜਿਹੜੇ ਟਿੱਬਿਆਂ ਦੇ ਉੱਪਰ ਜਾ ਕਰਕੇ ਨਾ ਕੀੜਿਆਂ ਦੇ ਭੌਣਾਂ ਦੇ ਉੱਪਰ ਜਾ ਕੇ ਤਿਲ ਚੌਲੀਆਂ ਪਾਉਂਦੇ ਆ। ਕਾਹਦੇ ਲਈ? ਸਿਰਫ ਕੇਵਲ ਸੁੱਖਾਂ ਵਾਸਤੇ, ਸਿਰਫ ਕੇਵਲ ਇਸ ਕਰਕੇ ਵੀ ਮੇਰੇ ਘਰ ਦੇ ਵਿੱਚ ਦੁੱਖਾਂ ਦਾ ਨਾਸ ਹੋ ਜਾਏ ਤੇ ਮੈਨੂੰ ਸੁੱਖਾਂ ਦੀ ਬਖਸ਼ਿਸ਼ ਹੋ ਜਾਏ। ਤੇ ਗੁਰੂ ਸਵਰਗ ਇਸੇ ਤਰ੍ਹਾਂ ਬੇਬੇ ਨੇ ਹਰ ਰੋਜ਼ ਨਿਤਾ ਪ੍ਰਤੀ ਸਵੇਰੇ ਉੱਠਣਾ, ਉੱਠ ਕੇ ਤੁਰ ਕੇ ਜਾਣਾ ਤੇ ਤਿਲ ਚੌਲੀ ਪਾ ਕੇ ਆਉਣੇ ਤੇ ਵਾਪਸ ਆ ਜਾਣਾ ਘਰ। ਲਗਾਤਾਰ ਹਫ਼ਤਾ ਪਾਉਂਦੀ ਰਹੀ, ਪਰ ਕੋਈ ਫਰਕ ਨਾ ਪਿਆ, ਨਾ ਕਾਟੋ ਕਲੇਸ਼ ਘਰ ਦੇ ਵਿੱਚ ਘਟੇ, ਨਾ ਕੁਝ ਹੋਰ ਉਹ ਕੰਮ ਉਵੇਂ ਹੀ ਚੱਲਦਾ ਰਿਹਾ। ਫਿਰ ਬਾਬੇ ਕੋਲ ਆ ਗਈ, ਬਾਬੇ ਨੂੰ ਕਹਿਣ ਲੱਗੀ ਬਾਬਾ ਜੀ ਤਿਲ ਚੌਲ ਵੀ ਪਾ ਦਿੱਤੀ ਹੈ, ਸਭ ਕੁਝ ਕਰ ਦਿੱਤਾ ਤੇ ਆਧਾਰ ਤਾਂ ਹੋਇਆ ਕੋਈ ਨਹੀਂ। ਤੇ ਬਾਬਾ ਹੱਸ ਕੇ ਕਹਿਣ ਲੱਗਿਆ ਵੀ ਬੇਬੇ ਭੈਣ ਮੇਰੀ ਵੀ ਜਿਹਦਾ ਆਧਾਰ ਹੋਣਾ ਸੀ ਤੇ ਉਹ ਤਾਂ ਹੋ ਗਿਆ, ਕੀੜਿਆਂ ਨੂੰ ਰਜ਼ਕ ਚਾਹੀਦਾ ਸੀ ਤੇ ਉਹ ਮਿਲ ਗਿਆ, ਵੀ ਉਹ ਤੂੰ ਆਪਣਾ ਆਧਾਰ ਕਿੱਥੇ ਚਾਹੁੰਦੇ ਆ? ਉਹ ਕਦੀ ਕਿਰਿਆ ਤਾਂ ਸਾਰੀ ਮੈਂ ਕੀਤੀ ਹੈ ਤੇ ਮੈਂ ਤਿਲ ਚੌਲੀ ਪਾਉਂਦੀ ਰਹੀ ਤੇ ਦੇ ਫਲ ਦੀ ਪ੍ਰਾਪਤੀ ਤਾਂ ਫਿਰ ਮੈਨੂੰ ਹੋਣੀ ਚਾਹੀਦੀ ਸੀ। ਤੇ ਹੁਣ ਬਾਬੇ ਬਜ਼ੁਰਗ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਾ ਭੈਣ ਮੇਰੀ ਇੱਕ ਗੱਲ ਯਾਦ ਰੱਖੀ, ਇਹ ਤਾਂ ਤੂੰ ਸਮੇਂ ਦੀ ਗੱਲ ਕੀਤੀ ਵੀ ਮੇਰੇ ਕੋਲ ਸਮਾਂ ਨਹੀਂ ਹੈ ਪਾਠ ਕਰਨ ਦਾ, ਜਾਂ ਮੇਰੇ ਕੋਲ ਸਮਾਂ ਨਹੀਂ ਹੈ ਸਿਮਰਨ ਕਰਨ ਦਾ, ਤੇ ਸੱਚੋ ਸੱਚ ਦੱਸੀ ਵੀ ਤਿਲ ਚੌਲੀ ਪਾਉਣ ਵਾਸਤੇ ਕਿੰਨਾ ਸਮਾਂ ਲਾਉਂਦੀ ਸੀ? ਤੇ ਉਹਨੇ ਆਪਣੇ ਆਪ ਦੱਸਿਆ ਫਿਰ ਵੀ ਮੈਂ 1 ਘੰਟਾ ਅੱਧਾ ਘੰਟਾ ਜਿਹੜਾ ਤੇ ਉਹ ਜਾਣ ਆਉਣ ਤੇ ਮੇਰਾ ਲੱਗਦਾ ਸੀਗਾ, ਤੇ ਜਾ ਕੇ ਮੈਂ ਤਿਲ ਚੌਲੀ ਪਾ ਕੇ ਵਾਪਸ ਆ ਜਾਂਦੀ ਸੀ। ਤੇ ਬਜ਼ੁਰਗ ਕਹਿਣ ਲੱਗਾ ਵੀ ਭੈਣ ਮੇਰੀ ਮੈਂ ਤੈਨੂੰ ਕਿਹਾ ਵੀ 5-10 ਮਿੰਟ ਸਿਮਰਨ ਕਰਿਆ ਕਰ, 5-10 ਮਿੰਟ ਬਾਣੀ ਪੜ੍ਹ, ਤੇ ਤੂੰ ਮੈਨੂੰ ਕਿਹਾਗਾ ਵੀ ਮੇਰੇ ਕੋਲ ਸਮਾਂ ਨਹੀਂ ਹੈ, ਟਾਈਮ ਨਹੀਂ ਹੈ ਨਿਕਲਦਾ ਕਿ ਮੈਂ ਬਾਣੀ ਪੜ੍ਹ ਲਵਾਂ, ਕਿੱਥੋਂ ਪੜ੍ਹ ਲਾਂ? ਤੇ ਆਹ ਤਿਲ ਚੌਲੀ ਪਾਉਣ ਵਾਸਤੇ ਟਾਈਮ ਕਿੱਥੋਂ ਨਿਕਲਿਆ? ਟਾਈਮ ਤਾਂ ਇਹ ਵੀ ਕੱਢਿਆ ਨਾ, ਇੱਥੇ ਵੀ ਬਸ ਨਹੀਂ। ਫਿਰ ਅਗਲੀ ਗੱਲ ਹੁਣ ਆਧਾਰ ਦੀ ਕਰਨ ਦੀ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਾ ਭੈਣ ਮੇਰੀ ਹੁਣ ਦੂਜੀ ਗੱਲ ਸਮਝਣ ਦਾ ਯਤਨ ਕਰੀ। ਕਹਿਣ ਲੱਗਾ ਵੀ ਜੇ ਤੈਨੂੰ ਭੁੱਖ ਲੱਗੀ ਹੋਵੇ ਤੇ ਖਾਣਾ ਤੂੰ ਤਿਆਰ ਕਰ ਲਵੇ, ਤੇ ਉਹ ਥਾਲ ਪਰੋਸ ਕਰਕੇ ਤੂੰ ਮੈਨੂੰ ਦੇ ਦੇਵੇ, ਖਾਣਾ ਮੈਂ ਖਾ ਲਵਾਂ, ਤੇ ਇਹ ਦੱਸ ਤੇਰੀ ਭੁੱਖ ਮਿਟੇਗੀ ਜਾਂ ਮੇਰੀ ਮਿਟੇਗੀ? ਤੇ ਬੇਬੇ ਸਮਝੀ ਕੋਈ ਨਾ, ਫਿਰ ਰਿਪੀਟ ਕਰਿਆ। ਕਹਿਣ ਲੱਗਿਆ ਭੈਣ ਮੇਰੀ ਤੈਨੂੰ ਭੁੱਖ ਲੱਗੀ ਹੋਵੇ, ਭੁੱਖ ਤੇਰੇ ਸਰੀਰ ਨੂੰ ਲੱਗੀ ਹੋਵੇ, ਖਾਣਾ ਵੀ ਤਿਆਰ ਤੂੰ ਕਰੇ, ਖਾਣਾ ਤਿਆਰ ਕਰਕੇ ਥਾਲ ਪਰੋਸ ਕਰਕੇ ਤੂੰ ਮੈਨੂੰ ਦੇਵੇ, ਖਾਣਾ ਮੈਂ ਖਾ ਲਵਾਂ, ਮੈਂ ਛਕ ਲਵਾਂ, ਤੂੰ ਨਾ ਸਕੇ, ਤੇਰੀ ਭੁੱਖ ਮਿਟ ਸਕਦੀ ਹੈ? ਤੇਰੀ ਭੁੱਖ ਖਤਮ ਹੋ ਸਕਦੀ? ਬੇਬੇ ਕਹਿਣ ਲੱਗੀ ਵੀ ਇੱਦਾਂ ਮੇਰੀ ਭੁੱਖ ਕਿਵੇਂ ਖਤਮ ਹੋ ਸਕਦੀ ਹੈ? ਜੇ ਮੈਂ ਖਾਵਾਂਗੀ ਤਾਂ ਹੀ ਮੇਰੀ ਭੁੱਖ ਮਿਟੇਗੀ। ਤੇ ਬਜ਼ੁਰਗ ਕਹਿਣ ਲੱਗਾ ਗੱਲ ਤਾਂ ਮੈਂ ਆਹੀ ਸਮਝਾਉਣੀ ਸੀ। ਆਧਾਰ ਉਹਦਾ ਹੋਏਗਾ ਕਿ ਜਿਹੜਾ ਆਪ ਖੁਦ ਜਿਹੜਾ ਬਾਣੀ ਨੂੰ ਪੜ੍ਹੇਗਾ, ਆਧਾਰ ਉਹਦਾ ਹੋਵੇਗਾ ਜਿਹੜਾ ਆਪ ਖੁਦ ਸਿਮਰਨ ਕਰੇਗਾ। ਦੂਜੇ ਦੇ ਸਿਮਰਨ ਕੀਤੇ ਹੋਏ ਜਾਂ ਦੂਜੇ ਦੀ ਬਾਣੀ ਪੜ੍ਹੀ ਹੋਈ ਕਦੇ ਦੂਸਰੇ ਦਾ ਆਧਾਰ ਨਹੀਂ ਹੋਇਆ ਕਰਦਾ। ਸਮਝਣ ਦਾ ਯਤਨ ਕਰਿਓ। ਤੇ ਇੱਥੇ ਹੁਣ ਇਹ ਬਜ਼ੁਰਗ ਮਾਤਾ ਜਿਹੜੀ ਬਾਬੇ ਦੇ ਕੋਲ ਬੈਠੀ, ਤੇ ਬਾਬਾ ਬੜੇ ਤਰੀਕੇ ਨਾਲ ਇਹਨੂੰ ਸਮਝਾਉਂਦਾ ਪਿਆ, ਇਹ ਭੈਣ ਮੇਰੀਏ ਤੂੰ ਆਧਾਰ ਦੀ ਗੱਲ ਕਰਦੀ, ਸੁੱਖਾਂ ਦੀ ਗੱਲ ਕਰਦੀ ਸੀ, ਭਜਨ ਬੰਦਗੀ ਕਰਨ ਵਾਸਤੇ ਤੂੰ ਮੈਨੂੰ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ, ਪਰ ਜੇ ਆਪ ਤੂੰ ਖੁਦ ਕਰੇਂਗੀ, ਜਿਵੇਂ ਖਾਣਾ ਤੂੰ ਆਪ ਨਹੀਂ ਖਾਧਾ ਤੇਰੀ ਭੁੱਖ ਨਹੀਂ ਮਿਟ ਸਕਦੀ, ਜੇ ਤੂੰ ਖਾਵੇਂਗੀ ਤਾਂ ਤੇਰੀ ਭੁੱਖ ਮਿਟੇਗੀ। ਇਸੇ ਤਰ੍ਹਾਂ ਬਾਣੀ ਤੂੰ ਪੜ੍ਹੇਂਗੀ ਤਾਂ ਤੇਰਾ ਆਧਾਰ ਹੋਵੇਗਾ, ਤੇ ਜੇ ਕੋਈ ਹੋਰ ਪੜ੍ਹ ਲਵੇਗਾ ਤੇ ਤੂੰ ਕਹੇ ਵੀ ਸਾਡਾ ਆਧਾਰ ਹੋ ਜਾਏ, ਇਹ ਕਦੇ ਨਹੀਂ ਹੋ ਸਕਦਾ। ਦੂਸਰੇ ਸਮੇਂ ਦੀ ਗੱਲ ਹੈ, ਅਸੀਂ ਨਾਮ ਸਿਮਰਨ ਤੋਂ ਬਿਨਾਂ ਬਾਕੀ ਸਭ ਕੁਝ ਕਰਨ ਲਈ ਤਿਆਰ ਹਾਂ। ਸਾਨੂੰ ਕੋਈ ਤਿਲ ਚੌਲੀ ਪਾਉਣ ਨੂੰ ਕਹਿ ਦੇ ਉੱਧਰੋਂ ਅਸੀਂ ਤੁਰ ਪਾਂਗੇ, ਸਾਨੂੰ ਕੋਈ ਕਹਿ ਦੇ ਵੀ ਫਲਾਣੇ ਥਾਂ ਇਸ਼ਨਾਨ ਕਰਕੇ ਅਸੀਂ ਉੱਥੇ ਵਗ ਜਾਵਾਂਗੇ, ਸਾਨੂੰ ਕੋਈ ਕਹਿ ਦੇ ਕੱਚੀ ਪਹਾੜੀਆਂ 'ਤੇ ਵਗ ਜਾ ਅਸੀਂ ਉੱਥੇ ਵਗ ਜਾਵਾਂਗੇ, ਸਾਨੂੰ ਕੋਈ ਕਹਿ ਦੇ ਵੀ 5 ਮਿੰਟ ਸਿਮਰਨ ਕਰਿਆ ਕਰ, ਅਸੀਂ ਕਹਾਂਗੇ ਬੜਾ ਔਖਾ ਹੈ, ਅਸੀਂ ਕਹਾਂਗੇ ਵੀ ਇਹ
ਨਾਮ ਜਪਣਾ ਔਖਾ ਬੜਾ ਹੈ, ਸਾਡੇ ਕੋਲੇ ਸਮਾਂ ਨਹੀਂ ਹੈ। ਸੋ ਗੁਰੂ ਸਵਾਰਿਓ, ਜਿੰਨਾ ਸਮਾਂ ਅਸੀਂ ਆਪ ਖੁਦ ਨਹੀਂ ਕਰਦੇ, ਜਿੰਨਾ ਸਮਾਂ ਅਸੀਂ ਨਾਮ ਨਹੀਂ ਨਾ ਜਪਦੇ, ਉਨਾ ਸਮਾਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹੋ ਹੀ ਗੱਲ ਅੱਜ ਭਗਤ ਰਵਿਦਾਸ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਮਝਾਉਂਦੇ ਹੈ, ਜਿਹੜਾ ਸ਼ਬਦ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਆਪਣੇ ਪਵਿੱਤਰ ਮੁਖਾਰਵਿੰਦ ਰਾਹੀਂ ਰਹਾਉ ਦੇ ਬੰਦ ਦੇ ਅੰਦਰ ਉਚਾਰਨ ਕਰਦੇ ਪਏ ਨੇ। ਆਓ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸ਼ਬਦ ਦੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਹਰ 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 ਨਾਮ ਜਪਹਿ ਰਸਨਾ। ਭਗਤ ਰਵਿਦਾਸ ਜੀ ਕਹਿੰਦੇ ਮੇਰੀ ਰਸਨਾ ਤੂੰ ਹਰੀ ਦਾ ਨਾਮ ਨਹੀਂ ਜਪਦੀ ਪਈ। ਬਸ ਅੱਜ ਗੱਲ ਨਾਮ ਦੀ ਹੈ, ਗੱਲ ਸਿਮਰਨ ਦੀ ਹੈ ਕਿ ਮੇਰੀ ਰਸਨਾ ਤੂੰ ਹਰੀ ਦਾ ਨਾਮ ਕਿਉਂ ਨਹੀਂ ਜਪਦੀ। ਹਰ 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 ਨਾ ਜਪੇ ਰਸਨਾ, ਤੂੰ ਹਰੀ ਦਾ ਨਾਮ ਹੈ, ਮੇਰੀ ਰਸਨਾ ਜਪਦੀ ਕਿਉਂ ਨਹੀਂ ਹੈ। ਅਵਰ ਸਭ ਤਿਆਗ ਬਚਨ ਰਚਨਾ। ਅਵਰ ਸਭ ਤਿਆਗ, ਅਵਰ ਦਾ ਭਾਵ ਹੁੰਦਾ ਵੀ ਦੂਸਰੇ, ਬਾਕੀ ਕਹਿੰਦੇ ਸਾਰੇ ਕੁਝ ਜਿਹੜੇ ਹੈਗੇ ਬਚਨਾਂ ਨੂੰ ਰਚਨਾ ਨੂੰ ਜਿਹੜਾ ਹੈਗਾ ਤੇ ਤੂੰ ਮਤਲਬ ਕਿ ਤਿਆਗ ਦੇ, ਭਾਵ ਕਿ ਉਹਨਾਂ ਨੂੰ ਛੱਡ, ਉਹਨਾਂ ਦੇ ਖਿਆਲਾਂ ਨੂੰ ਛੱਡ ਦੇ। ਸਿਰਫ ਕੇਵਲ ਤੇ ਕੇਵਲ ਇੱਥੇ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ। ਗੁਰੂ ਸਾਹਿਬ ਜਿਹੜਾ ਸਿਮਰਨ ਆ ਨਾ, ਸਿਮਰਨ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਹਦਾ ਸ਼ਬਦਕ ਅਰਥ ਹੈ ਚੇਤਨ। ਚੇਤਨ ਦਾ ਅੱਗੇ ਸ਼ਬਦ ਅਰਥ ਕਰਦੇ ਹਾਂ ਆਪਾਂ ਚੇਤੇ ਦੇ ਵਿੱਚ। ਭਾਵ ਕੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਚੇਤੇ ਦੇ ਵਿੱਚ ਵਸਾਉਣ ਨੂੰ ਹੀ ਸਿਮਰਨ ਕਹਿੰਦੇ ਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਾਰ-ਵਾਰ ਗੈਨ ਕਰਨ ਨੂੰ ਹੀ ਸਿਮਰਨ ਕਹਿੰਦੇ ਨੇ। ਇੱਥੇ ਜ਼ਿਕਰ ਕਰਦੇ ਪਏ ਨੇ ਵੀ ਆਪਣੇ ਚੇਤੇ ਦੇ ਅੰਦਰ ਤੇ ਆਪਣੇ ਮਨ ਦੇ ਅੰਦਰ ਸਿਰਫ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਨੂੰ ਯਾਦ ਨੂੰ ਰੱਖਣਾ, ਤੇ ਬਾਕੀ ਯਾਦਾਂ ਜਿਹੜੀਆਂ ਸਾਰੀਆਂ ਉਹਨਾਂ ਨੂੰ ਅਸੀਂ ਛੱਡ ਦੇਣਾ ਹੈ, ਭਾਵ ਕਿ ਉਹਨਾਂ ਨੂੰ ਅਸੀਂ ਤਿਆਗ ਦੇਣਾ। ਇੱਥੇ ਥੋੜ੍ਹਾ ਜਿਹਾ ਰੋਕ ਕੇ ਯਤਨ ਕਰਾਂ। ਸੰਸਾਰਕ ਤੌਰ 'ਤੇ ਦੁਨੀਆ 'ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੀ ਜਿਹੜਾ ਸਿਮਰਨ ਨਾ ਕਰਦਾ ਹੋਵੇ। ਪਹਿਲੀ ਗੱਲ ਸਮਝਣ ਦਾ ਯਤਨ ਕਰਿਓ, ਦੁਨੀਆ 'ਤੇ ਸੰਸਾਰ 'ਤੇ ਕੋਈ ਵੀ ਐਸੀ ਚੀਜ਼ ਨਹੀਂ ਹੈ ਕਿ ਜਿਹੜੀ ਸਿਮਰਨ ਨਾ ਕਰਦੀ ਹੋਵੇ। ਬੇਸ਼ੱਕ ਦੀ ਉਹ ਜੀਵ ਜੰਤੂ ਨੇ, ਬੇਸ਼ੱਕ ਦੀ ਉਹ ਪਸ਼ੂ ਪੰਛੀ ਨੇ, ਬੇਸ਼ੱਕ ਦੀ ਦੁਨੀਆ 'ਤੇ ਸੰਸਾਰ 'ਤੇ ਇਨਸਾਨ ਹੈ, ਸਾਰੇ ਹੀ ਸਿਮਰਨ ਕਰਦੇ। ਆਪਾਂ ਸਾਰੇ ਹੀ ਸਿਮਰਨ ਕਰ ਰਹੇ ਹਾਂ, ਆਪਾਂ ਵੀ ਕਰਦੇ। ਪਰ ਸਿਮਰਨ ਦਾ ਅਰਥ ਹੁੰਦਾ ਚੇਤੇ ਕਰਨਾ, ਪਰ ਸਿਮਰਨ ਕਰਦੇ ਕਰਨਾ ਉਹ ਵੱਖਰਾ ਵਿਸ਼ਾ ਹੈ। ਭਾਵ ਕੀ ਹੈ ਵੀ ਅਸੀਂ ਸਿਮਰਨ ਕਰਦੇ ਤਾਂ ਹਾਂ, ਅਸੀਂ ਸਿਮਰਨ ਕਰਦੇ ਹਾਂ ਆਪਣੇ ਧੀਆਂ ਪੁੱਤਰਾਂ ਦਾ, ਅਸੀਂ ਸਿਮਰਨ ਕਰਦੇ ਹਾਂ ਪੈਸੇ ਧਨ ਦੌਲਤ ਦਾ, ਅਸੀਂ ਸਿਮਰਨ ਕਰਦੇ ਹਾਂ ਜਿਹੜਾ ਜ਼ਮੀਨ ਜਾਇਦਾਦਾਂ ਦਾ, ਸਿਮਰਨ ਕਰਦੇ ਹਾਂ ਹੋਰ ਚੀਜ਼ਾਂ ਦਾ। ਭਾਵ ਕਿ ਸਾਡੇ ਦਿਮਾਗ ਦੇ ਅੰਦਰ, ਸਾਡੇ ਚੇਤੇ ਦੇ ਅੰਦਰ ਪ੍ਰਭੂ ਦੇ ਨਾਮ ਤੋਂ ਬਿਨਾਂ ਬਾਕੀ ਸਾਰਾ ਕੁਝ ਚੱਲਦਾ ਪਿਆ ਹੈ। ਸੁੱਤੇ ਪਏ ਵੀ ਸਾਡੇ ਯਾਦ ਕਿਸੇ ਨਾਲ ਜੁੜੀ ਹੁੰਦੀ ਹੈ, ਤੁਰੇ ਜਾਂਦੇ ਵੀ ਕਿਸੇ ਨਾ ਕਿਤੇ ਸੁਰਤ ਸਾਡੀ ਲੱਗੀ ਹੁੰਦੀ ਹੈ। ਇੱਥੇ ਬੈਠਿਆਂ ਤੋਂ ਬੈਠੇ ਅਸੀਂ ਗੁਰੂ ਘਰ, ਪਰ ਇੱਥੇ ਬੈਠੇ ਹੋਏ ਵੀ ਸਾਡੀ ਯਾਦ ਹੋ ਸਕਦਾ ਕਿਤੇ ਹੋਰ ਜੁੜੀ ਪਈ ਹੋਵੇ, ਭਾਵ ਕਿ ਸੁਰਤ ਸਾਡੀ ਕਿਤੇ ਹੋਰ ਲੱਗੀ ਪਈ ਹੋਵੇ। ਉਸੇ ਨੂੰ ਹੀ ਸਿਮਰਨ ਕਹਿੰਦੇ। ਇੱਕ ਸੌਖੀ ਜਿਹੀ ਉਦਾਹਰਨ ਸਮਝਣ ਦਾ ਯਤਨ ਕਰਿਓ। ਸਤਿਗੁਰੂ ਜੀ ਕਹਿੰਦੇ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਸੇ ਵਿਚਰੇ ਸਰਿਆ, ਤਿੰਨ ਕਵਨ ਖਲਾਵੈ ਕਵਨ ਝਗਾਵੈ ਮਨ ਮੈਂ ਸਿਮਰਨ ਕਰਿਆ। ਕਹਿੰਦੇ ਜਿਹੜੀਆਂ ਕੂੰਜਾਂ ਨੇ ਨਾ, ਤੇ ਕੂੰਜਾਂ ਆਪਣੇ ਬੱਚਿਆਂ ਨੂੰ ਜਨਮ ਦੇਣ ਸਾਰ ਕਹਿੰਦੇ ਇਹ ਚੋਗਾ ਚੁਗਣ ਵਾਸਤੇ ਕਿਤੇ ਦੂਰ ਜਿਹੜੀਆਂ ਨਾ ਉਡਾਰੀ ਮਾਰ ਜਾਂਦੀਆਂ ਨੇ। ਜਦੋਂ ਇਹ ਦੂਰ ਉਡਾਰੀ ਮਾਰਦੀਆਂ ਨਾ ਗੁਰੂ ਸਵਾਰਿਓ, ਤੇ ਉੱਥੇ ਆਪਣੇ ਮਨ ਦੇ ਵਿੱਚ ਜਿਹੜਾ ਇਹ ਸਿਮਰਨ ਕਰਦੀਆਂ ਪਈਆਂ। ਸਿਮਰਨ ਕਾਹਦਾ ਕਰਦੀਆਂ? ਆਪਣੇ ਬੱਚਿਆਂ ਦਾ, ਵੀ ਸਾਡੇ ਬੱਚਿਆਂ ਨੂੰ ਕੌਣ ਚੋਗਾ ਚੁਗਦਾ ਹੋਏਗਾ, ਸਾਡੇ ਬੱਚਿਆਂ ਨੂੰ ਚੋਗਾ ਚੁਗ ਕੇ ਕੌਣ ਖਵਾਉਂਦਾ ਹੋਏਗਾ। ਸਤਿਗੁਰੂ ਜੀ ਨੇ ਇੱਕ ਉਦਾਹਰਨ ਦਿੱਤੀ ਵੀ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਸੇ ਵਿਚਰੇ ਸਰਿਆ, ਤਿੰਨ ਕਵਨ ਖਲਾਵੈ ਕਵਨ ਚਗਾਵੈ ਮਨ ਮੈਂ ਸਿਮਰਨ ਕਰਿਆ। ਵੀ ਆਹ ਸਿਮਰਨ ਜਿਹੜਾ ਕੂੰਜਾਂ ਦੇ ਮਨਾਂ ਦੇ ਵਿੱਚ ਚੱਲਦਾ ਪਿਆ ਹੈ, ਇਹੋ ਸਿਮਰਨ ਸਾਡੇ ਅੰਦਰ ਵੀ ਚੱਲਦਾ। ਕਿਤੇ ਘਰ ਦਾ ਸਿਮਰਨ, ਕਿਤੇ ਧੀਆਂ ਪੁੱਤਰਾਂ ਦਾ ਸਿਮਰਨ, ਕਦੇ ਜ਼ਮੀਨ ਜਾਇਦਾਦਾਂ ਦਾ, ਕਦੇ ਕਾਸੇ ਦਾ ਸਿਮਰਨ ਚੱਲਦਾ ਹੈ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਪਏ ਨੇ, ਇਹ ਮੇਰੀ ਰਸਨਾ ਤੂੰ ਹਰੀ ਦਾ ਨਾਮ ਨਹੀਂ ਜਪਦੀ ਪਈ, ਆਪਣੇ ਮਨ ਦੇ ਵਿੱਚੋਂ ਬਾਕੀ ਸਾਰਾ ਕੁਝ ਵਿਸਾਰ ਕੇ ਸਿਰਫ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਰੱਖ। ਕਹਿੰਦੇ ਅਵਰ ਸਭ ਤਿਆਗ ਬਚਨ ਰਚਨਾ। ਆ ਗੁਰੂ ਦੇ ਬਚਨਾਂ ਦੀ ਜਿਹੜੀ ਰਚਨਾ ਹੈ ਤੇ ਉਹਨੂੰ ਆਪਣੇ ਹਿਰਦੇ 'ਚ ਵਸਾਉਣ ਦਾ ਯਤਨ ਕਰ,
ਤੇ ਆਪਣੇ ਮਨ ਦੇ ਵਿੱਚੋਂ ਬਾਕੀ ਸਾਰੇ ਖਿਆਲਾਂ ਨੂੰ ਬਾਹਰ ਕੱਢਣ ਦਾ ਯਤਨ ਕਰ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਵਸ ਜਾ ਕੇ। ਗੁਰੂ ਸਵਾਰਿਓ ਇੱਥੇ ਭਗਤ ਰਵਿਦਾਸ ਜੀ ਨੇ ਹੁਣ ਸ਼ਬਦ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਨਾ, ਤੇ ਉਹ ਸ਼ਬਦ ਦਾ ਰਹਾਉ ਦਾ ਬੰਦ ਸੀਗਾ ਸਿਮਰਨ ਵਾਲਾ, ਵੀ ਰਸਨਾ ਮੇਰੀ ਤੂੰ ਸਿਮਰਨ ਕਰ। ਹੁਣ ਇੱਥੇ ਆਪਾਂ ਜ਼ਿਕਰ ਕਰਦੇ ਹਾਂ ਵੀ ਸਿਮਰਨ ਕਰਨਾ ਕਿਉਂ ਹੈ, ਸਿਮਰਨ ਕਾਹਦੇ ਲਈ ਕਰਨਾ। ਸਿਮਰਨ ਕਰਨਾ ਹੈ ਅਸੀਂ ਸੁੱਖ ਦੇ ਲਈ, ਸਿਮਰਨ ਕਰਨਾ ਹੈ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਦੀਵ ਆਨੰਦ ਦੇ ਲਈ, ਸਿਮਰਨ ਕਰਨਾ ਹੈ ਅਸੀਂ ਖੁਸ਼ੀ ਦੇ ਲਈ, ਟਿਕਾ ਦੇ ਲਈ, ਆਨੰਦ ਦੇ ਲਈ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇੱਕ ਮਿਥਿਹਾਸਕ ਕਹਾਣੀਆਂ ਬੜੀਆਂ ਜੁੜੀਆਂ ਨੇ। ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ ਵੀ ਇੱਕ ਨਾ ਪੰਚਦ ਜਿਹੜਾ ਹੈਗਾ ਤੇ ਉਹ ਇੱਕ ਦਰਖਤ ਮੰਨਿਆ ਗਿਆ। ਕੁਝ ਦਰਖਤਾਂ ਦੇ ਨਾਮ ਜਿਹੜੇ ਮੰਨੇ ਗਏ ਵੀ ਇਹਦੇ ਕੋਲੋਂ ਜਿਹਦਾ ਇਹਦਾ ਸਿਮਰਨ ਕਰ ਲਈਏ ਜਾਂ ਇਹਨੂੰ ਚਿੱਤ 'ਚ ਰੱਖ ਲਈਏ, ਇਹਦੇ ਕੋਲੋਂ ਜੋ ਕੁਝ ਮੰਗੀਏ। ਚਿੰਤਾਮਨ ਇੱਕ ਦਰਖਤ ਹੈ ਵੀ ਇਹਦੇ ਕੋਲੋਂ ਜੇ ਕੁਝ ਮੰਗੀਏ ਵੀ ਤੇ ਇਹ ਸਾਡੇ ਮਨ ਦੀ ਜਿਹੜੀ ਭਾਵਨਾ ਪੂਰੀ ਕਰ ਦਿੰਦਾ ਹੈ। ਦੂਸਰੀ ਗੱਲ, ਹਿੰਦੂ ਮਿਥਿਹਾਸਕ ਕਹਾਣੀਆਂ ਦੇ ਅੰਦਰ ਇਹ ਵੀ ਇੱਕ ਜ਼ਿਕਰ ਹੈ ਵੀ ਇੱਕ ਗਊ ਹੈ, ਇੱਕ ਗਊ ਹੈ ਜਿਹਦਾ ਨਾਮ ਹੈ ਕਾਮ ਧੇਨ। ਕਾਮ ਧੇਨ ਜਿਹੜਾ ਗਾ ਸ਼ਬਦ ਵਰਤਿਆ ਗਿਆ, ਇਹ ਗਊ ਉਹ ਹੈ ਕਿ ਜਿਹੜੀ ਕਹਿੰਦੇ ਸਾਡੀ ਸਾਰੀ ਸੁੱਖਣਾ ਪੂਰੀ ਕਰਦੀ ਹੈ। ਇਹਦੇ ਕੋਲੋਂ ਜੇ ਅਸੀਂ ਕੁਝ ਮੰਗੀਏ ਵੀ ਸਾਨੂੰ ਇਹ ਸਾਡੀ ਮੰਗ ਪੂਰੀ ਕਰਦੀ ਹੈ ਤੇ ਇਹਦੇ ਕੋਲੋਂ ਸਾਨੂੰ ਸੁੱਖ ਮਿਲਦੇ ਹੈ। ਇਹਨਾਂ ਦਾ ਇੱਕ ਕਥਨ ਹੈ, ਇਹ ਇੱਕ ਇਸ ਚੀਜ਼ ਨੂੰ ਮੰਨ ਕੇ ਚੱਲਦੇ ਹੈ ਵੀ ਜੇ ਅਸੀਂ ਗਊ ਦੀ ਪੂਜਾ ਕਰ ਲਈਏ ਜਾਂ ਗਊ ਨੂੰ ਅਸੀਂ ਮੰਨ ਲਈਏ ਤਾਂ ਇਹ ਕਾਮ ਧੇਨ ਨੇ ਕੀ ਕਰਨਾ ਹੈ, ਜਿਹਦਾ ਨਾਮ ਕਾਮ ਧੇਨ ਹੈ ਗਊ ਦਾ ਨਾਮ, ਵੀ ਇਹ ਗਊ ਨੇ ਕੀ ਕਰਨਾ ਹੈ, ਸਾਨੂੰ ਸਦੀਵ ਜਿਹੜਾ ਹੈਗਾ ਹਮੇਸ਼ਾ ਵਾਸਤੇ ਸੁੱਖ ਦੇਣਾ ਹੈ। ਪਰ ਇੱਥੇ ਸਤਿਗੁਰੂ ਜੀ ਬਾਣੀ ਸਾਨੂੰ ਬੜੇ ਪਿਆਰ ਸਮਝਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਜਿਸ ਕਾਮ ਧੇਨ ਦੀ ਤੂੰ ਖਾਂ ਕਰਦਾ ਪਿਆ, ਜਿਸ ਕਾਮ ਧੇਨ ਨੂੰ ਤੂੰ ਯਾਦ ਕਰਦਾ ਪਿਆ, ਜਿਹਦੇ ਕਰਕੇ ਤੂੰ ਇਹ ਸੋਚਦਾ ਪਿਆ ਵੀ ਮੈਨੂੰ ਸੁੱਖ ਮਿਲਣਗੇ ਜਾਂ ਮੈਨੂੰ ਆਨੰਦ ਮਿਲੇਗਾ, ਕਹਿਣ ਲੱਗੇ ਇਹ ਕਾਮ ਧੇਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਸ ਦੇ ਵਿੱਚ ਹੈ। ਜਾਂ ਕਿ ਬਸ ਹੈ ਕਾਮ ਧੇਨਾ। ਕੀ ਕਹਿੰਦੇ ਪਏ, ਸੋ ਐਸਾ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਕਹਿਣ ਲੱਗੇ ਤੂੰ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣ ਦਾ ਯਤਨ ਕਰ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਇਹ ਕਾਮ ਧੇਨ ਵੀ ਆਪ ਖੁਦ ਬਸ ਦੇ ਵਿੱਚ ਹੈ। ਇੱਥੇ ਜ਼ਿਕਰ ਕੀਤਾ। ਹੁਣ ਜ਼ਿਕਰ ਕੀ ਕਰਦੇ ਨੇ, ਭਗਤ ਰਵਿਦਾਸ ਜੀ ਨੇ ਬੜੇ ਸੋਹਣੇ ਸ਼ਬਦਾਂ ਨਾਲ ਸਮਝਾਉਣ ਦਾ ਯਤਨ ਕੀਤਾ। ਭਗਤ ਰਵਿਦਾਸ ਜੀ ਕਹਿੰਦੇ ਸੁਖ ਸਾਗਰ ਸੁਰ ਧਰ ਚਿੰਤਾ ਮਨ, ਕਾਮ ਧੇਨ ਬਸ ਜਾਂ ਕੇ। ਹੁਣ ਕਹਿੰਦੇ ਆਹ ਚੀਜ਼ਾਂ ਨੇ, ਇੱਕ ਚਿੰਤਾਮਨ ਜਿਹੜਾ ਦਰਖਤ ਹੈ, ਦੂਸਰਾ ਜਿਹੜਾ ਕਾਮ ਧੇਨ ਹੈ। ਕਾਮ ਧੇਨ ਮੰਨਿਆ ਗਿਆ ਗਊ ਨੂੰ ਵੀ ਜਿਹੜੀ ਸੁੱਖ ਦਿੰਦੀ ਹੈ। ਚਿੰਤਾਮਨ ਦਰਖਤ ਵੀ ਮੰਨਿਆ ਗਿਆ ਵੀ ਜਿਹੜਾ ਸੁੱਖ ਦਿੰਦਾ, ਜਿਹਦੇ ਕੋਲੋਂ ਕੋਈ ਮੰਗ ਰੱਖੇ ਤਾਂ ਉਹ ਮੰਗ ਪੂਰੀ ਕਰ ਦਿੰਦਾ ਹੈ। ਮਨ ਦੇ ਵਿੱਚ ਜੋ ਭਾਵਨਾ ਸਾਡੇ ਖਿਆਲ ਨੇ ਵੀ ਉਹ ਸਾਡੇ ਪੂਰੇ ਹੋ ਜਾਂਦੇ। ਭਗਤ ਰਵਿਦਾਸ ਜੀ ਕਹਿਣ ਲੱਗੇ ਭਲਿਆ ਜਿਹੜਾ ਸੁੱਖਾਂ ਦਾ ਸਾਗਰ ਹੈ ਨਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਖੁਦ ਹੈ। ਸੁਖ ਸਾਗਰ ਸੁਰ ਧਰ, ਭਾਵ ਕਿ ਸੁਰਾਂ ਦਾ ਤਲਾਬ ਹੈ, ਸੁਰਾਂ ਦਾ ਸਾਗਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੁੱਖ ਦੇਣ ਵਾਲਾ ਹੈ। ਤੇ ਚਿੰਤਾ ਮਨ ਵੀ ਉਹ ਆਪ ਖੁਦ ਹੈ। ਤੇ ਕਾਮ ਧੇਨ, ਭਾਵ ਕਿ ਕਾਮ ਧੇਨ ਗਊ ਵੀ ਉਹ ਆਪ ਹੈ, ਭਾਵ ਕਿ ਸਾਰਾ ਕੁਝ ਉਹਦੇ ਬਸ ਦੇ ਵਿੱਚ ਹੈ। ਬਸ ਜਾਂ ਕੇ, ਭਾਵ ਕਿ ਜਿਹਦੇ ਹੱਥ ਦੇ ਵਿੱਚ ਸਾਰਾ ਕੁਝ ਹੈ। ਜੇ ਉਹਦੇ ਹੱਥ ਦੇ ਵਿੱਚ ਸਾਰਾ ਕੁਝ ਹੈ, ਫਿਰ ਇਹ ਮੇਰੇ ਮਨਾ ਕਹਿੰਦੇ ਫਿਰ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਪਿਆ, ਵੀ ਜਿਹੜਾ ਸਾਰੇ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੀ ਆਪ ਹੈ, ਜਿਹਦੇ ਹੱਥ ਦੇ ਵਿੱਚ ਸਾਰੇ ਸੁੱਖ ਨੇ, ਜਿਹਦੇ ਹੱਥ ਦੇ ਵਿੱਚ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਬਸ ਦੇ ਵਿੱਚ ਕੀਤਾ ਹੋਇਆ ਹੈ। ਚਾਰ ਪਦਾਰਥ ਅਸ਼ਟ ਦਸ਼ਾ ਸਿੱਧ, ਨਵ ਨਿਧ ਕਰ ਤਲ ਧਾਕੇ। ਗੁਰੂ ਸਾਰੋ ਸਿੱਖਾਂ ਨੂੰ ਜਿਉਣ ਵਾਸਤੇ ਨਾ ਚਾਰ ਪਦਾਰਥਾਂ ਦੀ ਲੋੜ ਪੈਂਦੀ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਬਾਣੀ ਸਾਨੂੰ ਸਮਝਾਉਂਦੇ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਇਹ ਸ਼ਬਦ ਸਾਨੂੰ ਕਿਉਂ ਦਿੱਤਾ ਗਿਆ ਵੀ ਚਾਰ ਪਦਾਰਥ ਜੇ ਕੋ ਮੰਗੈ। ਹੁਣ ਚਾਰ ਪਦਾਰਥ ਕਿਹੜੇ ਕਿਹੜੇ ਹੈ? ਕਾਮ, ਮੋਖ, ਅਰਥ ਤੇ ਮਾਇਆ। ਇਹ ਹੁਣ ਇਹ ਚਾਰ ਪਦਾਰਥ ਮੰਨੇ ਗਏ ਆ। ਚਾਰ ਪਦਾਰਥ ਅਸ਼ਟ ਦਸ਼ਾ ਦਾ ਭਾਵ ਕੀ ਹੈ? ਸਿੱਧੀਆਂ 9 ਨਿਧੀਆਂ
9 ਖਜ਼ਾਨਿਆਂ ਦੀ ਜੇ ਆਪਾਂ ਗੱਲ ਕਰ ਲਈਏ, ਇੱਥੇ ਆਪਾਂ ਗੱਲ ਨੂੰ ਸਮਾਪਤ ਕਰੀਏ ਵੀ ਜਿਹੜੀਆਂ ਸਾਡੀਆਂ ਸੁੱਖ ਸਹੂਲਤਾਂ ਦੇ ਲਈ ਚੀਜ਼ਾਂ ਵਰਤੀਆਂ ਗਈਆਂ, ਕੰਮ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਹੈ, ਅਰਥ ਤੋਂ ਬਿਨਾਂ ਨਹੀਂ ਹੈ, ਮੋਕਸ਼ ਤੋਂ ਬਿਨਾਂ ਨਹੀਂ ਹੈ, ਅਤੇ ਮਾਇਆ ਤੋਂ ਬਿਨਾਂ ਨਹੀਂ। ਆਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਜੇ ਚਾਰੇ ਵਸਤੂਆਂ ਸਾਡੇ ਕੋਲ ਹੋਣ, ਜੇ ਸਾਡੇ ਕੋਲ 9 ਖਜ਼ਾਨੇ ਹੋਣ, ਤਾਂ ਬੰਦਾ ਸੋਚਦਾ ਹੈ ਕਿ ਮੈਂ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਲਵਾਂਗਾ। ਹੁਣ ਇਹ ਸਾਰਾ ਕੁਝ ਕਿਹਦੇ ਹੱਥ ਦੇ ਵਿੱਚ ਹੈ? ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ, ਪਰ ਇਹਦਾ ਸਾਰਾ ਕੁਝ ਰਖਵਾਲੀ, ਭਾਵ ਕਿ ਇਹਨੂੰ ਯਕਣ ਵਾਲਾ ਅਤੇ ਇਹਨੂੰ ਦੇਣ ਵਾਲਾ ਸਿਰਫ ਕੇਵਲ ਅਤੇ ਕੇਵਲ ਇੱਕ ਨਿਰੰਕਾਰ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਖੁਦ ਹੈ। 4 ਪਦਾਰਥ ਅਸ਼ਟ ਦਸਾ ਸਿੱਧ, ਨਵਨਿਧ ਕਰ ਤਲ ਤਾਂਕੇ। ਤਲ ਕਹਿੰਦੇ ਨੇ ਤਲੀ, ਭਾਵ ਕਿ ਹੱਥ, ਜਿਹਦੇ ਹੱਥ ਦੇ ਵਿੱਚ ਸਾਰਾ ਕੁਝ ਹੈ, ਜਿਹਦੇ ਹੱਥ 'ਚ 4 ਪਦਾਰਥ ਨੇ, ਜਿਹਦੇ ਹੱਥ ਦੇ ਵਿੱਚ ਜਿਹੜਾ ਗਾ 9 ਨਿਧੀਆਂ ਨੇ, ਜਿਹਦੇ ਹੱਥ ਦੇ ਵਿੱਚ ਜਿਹੜਾ ਗਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਤਲੀ 'ਤੇ ਸਾਰਾ ਕੁਝ ਰੱਖਿਆ ਹੋਇਆ। ਹੁਣ ਸੌਖਾ ਤਰੀਕਾ ਇੱਕ ਹੋਰ ਸਮਝ ਲਈਏ, ਆਪਾਂ ਗੁਰਬਾਣੀ ਦੇ ਵਿੱਚੋਂ ਹੀ ਸਮਝਣ ਦਾ ਯਤਨ ਕਰਨਾ ਵੀ ਸਤਿਗੁਰੂ ਜੀ ਆਪਣੀ ਬਾਣੀ ਸਾਨੂੰ ਸਮਝਾਉਂਦੇ ਨੇ ਵੀ ਦਾਤੈ ਦਾਤ ਰੱਖੀ ਹੱਥ ਆਪਣਾ। ਇੱਧਰੋਂ ਵੀ ਹੱਥ ਦੀ ਗੱਲ ਕਰਦੇ ਪਏ ਨੇ ਭਗਤ ਰਵਿਦਾਸ ਜੀ ਵੀ ਉਹਦੇ ਹੱਥ ਦੇ ਵਿੱਚ ਸਾਰਾ ਕੁਝ। ਇੱਧਰੋਂ ਸਤਿਗੁਰੂ ਜੀ ਬਾਣੀ ਸਮਝਾਉਂਦੇ ਪਏ ਨੇ ਵੀ ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਹੈ ਤਿਸ ਦੇ। ਹੁਣ ਭਾਉਣ ਦਾ ਅਰਥ ਹੁੰਦਾ ਵੀ ਜਿਹੜਾ ਉਹਨੂੰ ਚੰਗਾ ਲੱਗਿਆ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗਿਆ ਅਤੇ ਫਿਰ ਉਹਨੂੰ ਉਹ ਦਾਤਾਂ ਦੇ ਦਿੰਦਾ ਹੈ ਨਾ। ਹੁਣ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਪਰ ਦੁਨੀਆ ਅਤੇ ਸੰਸਾਰ 'ਤੇ ਮੈਂ ਇੱਥੇ ਥੋੜ੍ਹੀ ਜਿਹੀ ਰੋਕ ਕੇ ਵਿਚਾਰ ਜ਼ਰੂਰ ਕਰਦੇ ਹਾਂ ਗੁਰੂ ਸਵਾਰਿਓ। ਸਾਨੂੰ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਨਾ, ਅਤੇ ਅਸੀਂ ਇਹ ਨਹੀਂ ਸੋਚਦੇ ਪਏ ਵੀ ਅਸੀਂ ਇਸ ਚੀਜ਼ਾਂ ਦੇ ਉੱਪਰ ਯੋਗ ਕਿਵੇਂ ਬਣੇ। ਮੰਨ ਲਓ ਵੀ ਜੇ ਇੱਕ ਮਨੁੱਖ ਨੇ ਕੋਈ ਵਸਤੂ ਪ੍ਰਾਪਤ ਕਰਨ ਲਈ, ਇੱਕ ਸ਼ਬਦ ਮੈਂ ਥੋੜ੍ਹੀ ਜਿਹੀ ਰੋਕ ਕੇ ਵਿਚਾਰ ਇੱਕ ਹੋਰ ਕਰਦੇ ਹਾਂ। ਇੱਕ ਨਾ ਤੁਸੀਂ ਗੁਰਬਾਣੀ ਦੇ ਵਿੱਚ ਬੜਾ ਸੋਹਣਾ ਸ਼ਬਦ ਪੜ੍ਹਦੇ ਹੋ, ਗੁਰੂ ਤੇਗ ਬਹਾਦਰ ਪਾਸ ਇਹ ਸ਼ਬਦ ਹੈ। ਸਤਿਗੁਰੂ ਜੀ ਕੀ ਕਹਿੰਦੇ ਪਏ ਨੇ, ਕਹਿਣ ਲੱਗੇ ਵੀ ਜਿਹੜੀ ਅਣਹੋਣੀ ਹੁੰਦੀ ਹੈ ਨਾ, ਅਣਹੋਣੀ, ਅਤੇ ਅਣਹੋਣੀ ਦੀ ਚਿੰਤਾ ਕਰਨੀ ਚਾਹੀਦੀ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਹੁਣ ਇਹਦਾ ਭਾਵ ਕੀ ਹੈ? ਅਣਹੋਣੀ ਕਿਹਨੂੰ ਕਹਿੰਦੇ? ਥੋੜ੍ਹਾ ਮੈਂ ਇਸ ਕਰਕੇ ਥੋੜ੍ਹਾ ਆਪਾਂ ਬੈਕ ਸਾਈਡ 'ਤੇ ਚਲੇ ਗਏ ਹਾਂ, ਭਾਵ ਕਿ ਗੱਲ ਜੇ ਸਮਝ ਲੱਗ ਜਾਏ। ਇੱਥੇ ਗੱਲ ਹੈ ਅਣਹੋਣੀ ਦੀ। ਅਣਹੋਣੀ ਉਹਨੂੰ ਕਹਿੰਦੇ ਨੇ ਵੀ ਜਿਹੜੀ ਮੇਰੇ ਨਾਲ ਹੋ ਗਈ, ਕਿਸੇ ਹੋਰ ਨਾਲ ਨਾ ਹੋਵੇ, ਜਾਂ ਕਿਸੇ ਹੋਰ ਨਾਲ ਹੋ ਗਈ, ਮੇਰੇ ਨਾਲ ਨਾ ਹੋਵੇ। ਗੱਲਾਂ ਦੋ ਹੁੰਦੀਆਂ, ਇੱਕ ਹੋਣੀ ਆ ਅਤੇ ਇੱਕ ਹੁੰਦੀ ਆ ਅਣਹੋਣੀ। ਸਤਿਗੁਰੂ ਜੀ ਕਹਿੰਦੇ ਚਿੰਤਾ ਤਾਂ ਕੀ ਕੀਜੀ, ਕਹਿੰਦੇ ਤੈਨੂੰ ਚਿੰਤਾ ਤਾਂ ਕਰਨੀ ਚਾਹੀਦੀ ਹੈ ਵੀ ਜੇ ਅਣਹੋਣੀ ਹੋਵੇ। ਅਣਹੋਣੀ ਮੈਂ ਸ਼ਬਦ ਇਸ ਕਰਕੇ ਵਰਤਿਆ ਵੀ ਦੁਨੀਆ 'ਤੇ, ਸੰਸਾਰ 'ਤੇ ਅਸੀਂ ਇਹ ਸੋਚਦੇ ਹਾਂ ਵੀ ਦੂਸਰੇ ਬੰਦੇ ਦੀ ਤਰੱਕੀ ਹੋ ਗਈ ਅਤੇ ਮੇਰੀ ਕਿਉਂ ਨਹੀਂ ਹੋ ਗਈ, ਇਹਨੂੰ ਕਹਿੰਦੇ ਅਣਹੋਣੀ। ਦੂਜੇ ਬੰਦਾ ਜਿਹੜਾ ਹੈ ਉਹਨੇ ਉਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਹ 'ਤੇ ਕਿਰਪਾ ਕਰ ਦਿੱਤੀ, ਉਹ 'ਤੇ ਬਖਸ਼ਿਸ਼ ਹੋ ਗਈ, ਮੇਰੇ 'ਤੇ ਕਿਉਂ ਨਹੀਂ ਹੋਈ, ਇਹਨੂੰ ਕਹਿੰਦੇ ਅਣਹੋਣੀ। ਭਗਤ ਰਵਿਦਾਸ ਜੀ ਭਗਤ ਬਣ ਗਏ ਪਰ ਦੂਸਰੇ ਉੱਦਾਂ ਅਜਾਈ ਰਹਿ ਗਏ, ਇਹਨੂੰ ਕਹਿੰਦੇ ਅਣਹੋਣੀ। ਭਾਵ ਕਿ ਕਿਸੇ ਹੋਰ ਨੂੰ ਕੋਈ ਚੀਜ਼ਾਂ ਪ੍ਰਾਪਤ ਹੋ ਜਾਣ ਪਰ ਮੈਨੂੰ ਨਾ ਪ੍ਰਾਪਤ ਹੋਣ, ਉਹਨੂੰ ਕਹਿੰਦੇ ਅਣਹੋਣੀ। ਅਤੇ ਸਾਨੂੰ ਇਹ 'ਤੇ ਚਿੰਤਾ ਜਤਾਉਣੀ ਚਾਹੀਦੀ ਹੈ, ਭਾਵ ਕਿ ਚਿੰਤਾ ਕਰਨੀ ਚਾਹੀਦੀ ਹੈ। ਚਿੰਤਾ ਉਹ ਨਹੀਂ ਕਰਨੀ ਵੀ ਜੋ ਦੁਨੀਆ 'ਤੇ, ਸੰਸਾਰ 'ਤੇ ਅਸੀਂ ਚਿੰਤਾ ਦੇ ਰੋਗੀ ਬਣੇ ਪਏ ਹਾਂ। ਅੱਜ ਥੋੜ੍ਹੀਆਂ ਚੀਜ਼ਾਂ ਦੀ ਸਾਨੂੰ ਚਿੰਤਾ ਲੱਗ ਜਾਂਦੀ ਹੈ, ਝੋਰੇ ਲੱਗ ਜਾਂਦੇ ਆ, ਪਤਾ ਨਹੀਂ ਕੀ ਹੋਵੇਗਾ, ਕਿੱਦਾਂ ਹੋ ਜਾਏਗਾ, ਇਹ ਹੋ ਜੂ, ਉਹ ਹੋ ਜੂ, ਪਤਾ ਨਹੀਂ ਕਿੱਥੋਂ ਦੇ ਸੋਚੀ ਤੁਰਿਆ ਜਾਂਦਾ ਬੰਦਾ। ਦਿਨ ਵੇਦੇ ਸੁੱਤੇ ਪਏ ਵੀ ਬੰਦਾ ਚਿੰਤਾ ਦੇ ਵਿੱਚ ਡੁੱਬਿਆ ਹੋਇਆ, ਤੁਰੇ ਜਾਂਦੇ ਵੀ ਚਿੰਤਾ ਲੱਗੀ ਹੋਈ ਹੈ, ਬੈਠਿਆਂ ਨੂੰ ਵੀ ਚਿੰਤਾ ਵੜ ਕੇ ਖਾਈ ਜਾ ਰਹੀ ਹੈ। ਉਹ ਚਿੰਤਾ ਸਾਨੂੰ ਚਿਖਾ ਦੇ ਵੱਲ ਲੈ ਜਾਂਦੀ, ਉਹ ਚਿੰਤਾ ਨਹੀਂ ਕਰਨੀ। ਸਤਿਗੁਰੂ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਕੀ ਹੈ। ਪਰ ਇੱਥੇ ਗੁਰੂ ਜੀ ਕਹਿੰਦੇ ਚਿੰਤਾ ਕਰ। ਸ਼ਬਦ ਦੋ ਨੇ, ਇੱਕ ਚਿੰਤਾ ਕਹਿ ਰਹੇ ਨੇ ਸਤਿਗੁਰੂ ਜੀ ਵੀ ਤੂੰ ਚਿੰਤਾ ਨੂੰ ਛੱਡ, ਅਚਿੰਤ ਛੋੜ ਅਚਿੰਤ ਰਹੋ, ਭਾਵ ਕਿ ਚਿੰਤਾ ਨੂੰ ਛੱਡ ਕੇ ਤੂੰ ਅਚਿੰਤ ਰਹਿਣਾ ਦਾ ਯਤਨ ਕਰ। ਇੱਥੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਪਏ ਨੇ ਵੀ ਤੂੰ ਭਾਈ ਚਿੰਤਾ ਕਰ ਜਿਹੜੀ ਅਣਹੋਣੀ ਹੋਈ ਹੈ। ਦੋ ਗੱਲਾਂ ਨੇ, ਚਿੰਤਾ ਅਸੀਂ ਉਹਦੀ ਕਰਨੀ ਹੈ ਵੀ ਜਿਹੜੀ ਅਣਹੋਣੀ ਹੋ ਗਈ, ਅਸੀਂ ਉਹਦੀ ਚਿੰਤਾ ਨਹੀਂ ਕਰਨੀ ਕਿ ਜਿਹੜੀ ਹੋਣੀ ਹੈ। ਇਹ ਤਾਂ ਸਾਰੀ ਦੁਨੀਆ ਨਾਲ ਹੁੰਦਾ ਪਿਆ ਅਤੇ ਇਹਦੇ ਬਾਰੇ ਸੋਚਣ ਦਾ ਬਹੁਤਾ ਯਤਨ ਨਾ ਕਰੀਏ। ਆਪਾਂ ਜਿਹੜਾ ਅਸਲ ਜ਼ਿਕਰ ਕਰਦੇ ਪਏ ਸੀ ਵੀ ਦੂਜੇ ਨਾਲ ਹੋ ਜਾਂਦੀ ਹੈ ਅਤੇ ਮੇਰੇ ਨਾਲ ਨਾ ਹੋਵੇ ਅਤੇ ਉਹਨੂੰ ਅਣਹੋਣੀ ਕਹਿੰਦੇ। ਇੱਥੇ ਆਪਾਂ ਅਗਲੀ ਗੱਲ 'ਤੇ ਆਈਏ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵ ਹੈ ਤਿਸ ਦੇਈ।
ਮੇਰੇ ਮਾਲਕ ਦੇ ਹੱਥ ਦੇ ਵਿੱਚ ਉਹ ਦਾਤਾਂ ਨੇ, ਉਹ ਸਗਾਤਾਂ ਨੇ ਕਿ ਜਿਹੜਾ ਮੇਰਾ ਮਾਲਕ ਆਪਣੇ ਸੇਵਕ ਨੂੰ ਦਿੰਦਾ ਹੈ, ਉਸ ਸੇਵਕ ਨੂੰ ਦਿੰਦਾ ਹੈ ਜਿਹੜਾ ਸੇਵਕ ਉਹਨੂੰ ਭਾ ਗਿਆ, ਭਾਵ ਕਿ ਚੰਗਾ ਲੱਗਿਆ। ਹੁਣ ਮੈਂ ਗੱਲ ਤਾਂ ਸਾਂਝੀ ਕੀਤੀ ਸੀ ਚਿੰਤਾ ਵਾਲੀ ਕਿ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦਾਤ ਦੀ ਬਖਸ਼ਿਸ਼ ਕਰਦੇ ਆ ਨਾ, ਤੇ ਜਿਹੜੇ ਦੂਸਰੇ ਹੁੰਦੇ ਨਾ ਗੁਰੂ ਸਵਾਰੇ, ਤੇ ਦੂਸਰਿਆਂ ਨੂੰ ਫਿਰ ਈਰਖਾ ਹੋ ਜਾਂਦੀ ਹੈ। ਦੂਸਰੇ ਮਨ ਦੇ ਵਿੱਚ ਸੋਚਦੇ ਆ ਵੀ ਮੈਨੂੰ ਕਿਉਂ ਨਹੀਂ ਮਿਲਿਆ, ਮੈਨੂੰ ਪ੍ਰਾਪਤ ਕਿਉਂ ਨਹੀਂ ਹੋਇਆ। ਉੱਥੇ ਬੰਦਾ ਇਹ ਨਹੀਂ ਸੋਚਦਾ ਵੀ ਮੇਰੇ ਦੇ ਵਿੱਚ ਘਾਟ ਹੈ, ਮੈਂ ਕਿਰਪਾ ਦਾ ਪਾਤਰ ਨਹੀਂ ਬਣ ਸਕਿਆ, ਮੈਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ, ਮੈਂ ਗੁਰੂ ਦੀ ਵਡਿਆਈ ਨਾ ਲੈ ਸਕਿਆ। ਜੇ ਮੇਰੇ ਤੇ ਗੁਰੂ ਕਿਰਪਾ ਕਰਦੇ, ਮੇਰੇ ਤੇ ਗੁਰੂ ਤਰੁੱਠ ਜਾਏ ਕਿ ਮੇਰੇ ਤੇ ਗੁਰੂ ਬਖਸ਼ਿਸ਼ ਕਰ ਦੇਵੇ ਤੇ ਮੈਂ ਕਿਰਪਾ ਦਾ ਪਾਤਰ ਬਣ ਜਾਵਾਂ, ਹੋ ਸਕਦਾ ਕਿ ਇਹ ਦਾਤ ਮੈਨੂੰ ਵੀ ਪ੍ਰਾਪਤ ਹੋ ਜਾਏ। ਗੁਰੂ ਮੇਰੇ ਤੇ ਵੀ ਕਿਰਪਾ ਕਰ ਦੇਵੇ, ਗੁਰੂ ਮੇਰੇ ਤੇ ਵੀ ਬਖਸ਼ਿਸ਼ ਕਰ ਦੇਵੇ। ਗੱਲਾਂ ਬਖਸ਼ਿਸ਼ਾਂ ਨੇ, ਗੱਲਾਂ ਮਿਹਰ ਦੀਆਂ ਨੇ। ਆਪਾਂ ਜ਼ਿਕਰ ਕਰ ਰਹੇ ਸੀ ਵੀ ਅਕਾਲ ਪੁਰਖ ਵਾਹਿਗੁਰੂ ਜਿਹਦੇ ਹੱਥ ਦੇ ਵਿੱਚ ਸਾਰਾ ਕੁਝ ਹੈ। ਗੁਰੂ ਸਾਰੋ ਹੁਣ ਅਗਲੀ ਗੱਲ ਇਹ ਹੈ ਵੀ ਸਾਨੂੰ ਜਿਹੜਾ ਗਾ ਤੇ ਉਹ ਲੈਣ ਦੀ ਜਾਚਨਾ ਹੋਣੀ ਚਾਹੀਦੀ ਹੈ, ਤੇ ਅਸੀਂ ਤਾਂ ਗੁਰੂ ਤੋਂ ਹੀ ਮੰਗਣਾ। ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਤਾਰ ਮੈਂ ਨਿਤ ਚਤਾਰਿਆ। ਹੈ ਮੇਰੇ ਮਾਲਕਾ, ਮੈਂ ਤਾਂ ਤੇਰਾ ਮੰਗਤਾ ਹਾਂ, ਤੇਰੇ ਕੋਲ ਮੰਗਣ ਵਾਲਾ। ਦਾਤਾਂ ਤੇਰੇ ਹੱਥ ਦੇ ਵਿੱਚ ਨੇ, ਤੂੰ ਸਾਰਾ ਕੁਝ ਆਪਣੇ ਹੱਥ 'ਚ ਰੱਖਿਆ ਹੋਇਆ ਤੇ ਤੂੰ ਮੇਰੀ ਝੋਲੀ ਦੇ ਵਿੱਚ ਪਾਉਣੀ ਹੈ। ਇੱਥੇ ਵੀ ਇਹੋ ਹੀ ਗੱਲ ਭਗਤ ਰਵਿਦਾਸ ਜੀ ਕਹਿੰਦੇ ਪਏ ਨੇ, ਕਹਿੰਦੇ ਚਾਰੇ ਪਦਾਰਥ ਅਸ਼ਟ ਦਸੈ ਸਿੱਧ ਨਵ ਰਿੱਧੀਆਂ, ਭਾਵ ਕਿ ਸਾਰੇ 9 ਖਜ਼ਾਨੇ, ਸਾਰਾ ਕੁਝ, ਸਾਰੀ ਸੁੱਖ ਸਹੂਲਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਹੱਥ ਦੀ ਤੇਲੀ ਤੇ ਰੱਖੀਆਂ ਹੋਈਆਂ ਨੇ। ਹਰ 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 ਨਾ ਜਪ ਹੈ ਰਸਨਾ। ਇਹ ਮੇਰੀ ਰਸਨਾ, ਤੂੰ ਉਹਦਾ ਨਾਮ ਕਿਉਂ ਨਹੀਂ ਜਪਦੀ ਪਈ? ਜੇ ਉਹਦੇ ਹੱਥ 'ਚ ਸਾਰਾ ਕੁਝ ਹੈ, ਉਹਦੇ ਹੱਥ ਦੇ ਵਿੱਚ ਹੀ ਖੁਸ਼ੀਆਂ ਨੇ, ਉਹਦੇ ਹੱਥ ਦੇ ਵਿੱਚ ਹੀ ਸਾਰੀਆਂ ਸੁਗਾਤਾਂ ਨੇ, ਤੇ ਸਾਰਾ ਕੁਝ ਮੇਰੇ ਮਾਲਕ ਦੇ ਹੱਥ ਦੇ ਵਿੱਚ ਹੈ। ਇਹ ਮੇਰੀ ਰਸਨਾ, ਫਿਰ ਉਹਦਾ ਨਾਮ ਕਿਉਂ ਨਹੀਂ ਜਪਦੀ? ਸਿਮਰਨ ਕਰਨਾ ਚਾਹੀਦਾ ਹੈ। ਬਸ ਗੱਲ ਤਾਂ ਲਿਆ ਕੇ ਭਗਤ ਰਵਿਦਾਸ ਜੀ ਨੇ ਗੁਰੂ ਸਵਾਰੋ ਨਾਮ 'ਤੇ ਖੜਾਉਣੀ, ਬੰਦਗੀ 'ਤੇ ਖੜਾਉਣੀ ਹੈ। ਵੱਧ ਕਰ ਲਵਾਂਗੇ ਤਾਂ ਵੀ ਸਾਨੂੰ ਫਾਇਦਾ। ਮੈਂ ਤਾਂ ਇਹ ਗੱਲ ਜ਼ਰੂਰ ਕਹਿੰਦਾ ਹੁੰਦਾ ਵੀ ਜਿਹੜਾ ਜਪੂਗਾ ਆਧਾਰ ਉਸੇ ਦਾ ਹੋਊਗਾ, ਦੂਜੇ ਦਾ ਨਹੀਂ ਹੁੰਦਾ, ਜਿੰਨਾ ਮਰਜ਼ੀ ਕਰੇ ਜਾਏ। ਕਈ ਵਾਰ ਅਸੀਂ ਸੋਚਦੇ ਪਏ ਆ ਨਾ, ਬਾਣੀ ਪੜ੍ਹਦੇ ਆ ਵੀ ਮਤਲਬ ਕਿ ਵੀ ਕਿਸੇ ਦੇ ਪ੍ਰਤੀ ਕਈ ਵਾਰ ਬਾਣੀਆਂ ਪੜ੍ਹਨ ਲੱਗ ਜਾਂਦੇ ਆ ਨਾ ਵੀ ਉਹਦਾ ਆਧਾਰ ਹੋ ਜਾਏ ਜੀ, ਉਹਦੀਆਂ ਮੈਂ ਅਰਦਾਸਾਂ ਕਰ ਦੇਵਾਂ। ਕੁਝ ਨਹੀਂ ਹੋਣ ਲੱਗਿਆ। ਜੋ ਕਰੇਗਾ ਉਹੀ ਭਰੇਗਾ। ਭਾਵ ਕੀ ਹੈ ਵੀ ਜਿਹੜਾ ਆਪ ਖੁਦ ਸਿਮਰਨ ਕਰਦਾ ਬਸ ਇਹ ਉਸੇ ਦੇ ਸਰੀਰ ਨੂੰ ਹੀ ਉਹਦਾ ਲਾਭ ਹੋਊਗਾ, ਦੂਜੇ ਨੂੰ ਨਹੀਂ ਹੋ ਸਕਦਾ। ਅਗਲੀ ਗੱਲ ਇੱਕ ਹੋਰ ਕਹਿ ਦਿਆਂ, ਕਈ ਵਾਰ ਮਨ ਦੇ ਵਿੱਚ ਇਸ ਤਰ੍ਹਾਂ ਦੀ ਡਾਊਟ ਬੜੀ ਪੈਦਾ ਹੋ ਜਾਂਦੀ ਹੈ ਵੀ ਕੀ ਬਾਣੀ ਦਾ ਅਸਰ ਦੂਸਰੇ 'ਤੇ ਹੁੰਦਾ ਨਹੀਂ? ਬਿਲਕੁਲ ਹੁੰਦਾ। ਇਹ ਵੀ ਮਨ ਦੇ ਵਿੱਚ ਕੋਈ ਭੁਲੇਖਾ ਕੱਢ ਦਿਓ ਵੀ ਦੂਜੇ 'ਤੇ ਅਸਰ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਅਸਰ ਉਹ 'ਤੇ ਹੁੰਦਾ ਵੀ ਜੇ ਕੋਈ ਸੁਣਦਾ ਹੋਵੇ, ਜੇ ਕੋਈ ਸੁਣਦਾ ਹੋਵੇ ਉਹ 'ਤੇ ਅਸਰ ਹੋਊ। ਬਾਣੀ ਤੁਸੀਂ ਪੜ੍ਹ ਰਹੇ ਹੋ, ਤੁਹਾਡੇ ਕੋਲ ਬੈਠਾ ਕੋਈ ਸੁਣੀ ਜਾ ਰਿਹਾ, ਉਹ 'ਤੇ ਵੀ ਅਸਰ ਹੋਊਗਾ। ਸਤਿਗੁਰੂ ਜੀ ਨੇ ਬਾਣੀ ਸਾਨੂੰ ਸਮਝਾਇਆ ਨਾ ਵੀ ਸੁਣਿਆ ਦੁਖ ਪਾਪ ਕਾ ਨਾਸ। ਜਿਹੜਾ ਬਾਣੀ ਨੂੰ ਸੁਣਦਾ ਉਹਦੇ ਪਾਪਾਂ ਦਾ ਵੀ ਨਾਸ ਹੋ ਜਾਂਦਾ। ਜਿਹੜਾ ਕਰਦਾ ਤੇ ਉਹਦਾ ਤਾਂ ਹੋਣਾ ਹੀ ਹੋਣਾ। ਇਸ ਕਰਕੇ ਤਾਂ ਗੁਰੂ ਜੀ ਨੇ ਸਾਨੂੰ ਕਿਹਾ ਨਾ, ਆਇਓ ਸੁਣਨ ਪੜ੍ਹਨ ਕੋ ਬਾਣੀ। ਬਾਣੀ ਪੜ੍ਹਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਅਸੀਂ ਦੁਨੀਆ 'ਤੇ ਸੰਸਾਰ 'ਤੇ ਆਏ, ਹੋਰ ਕੁਝ ਨਹੀਂ ਹੈ। ਸੰਸਾਰਕ ਤੌਰ 'ਤੇ ਬਾਣੀ ਨੂੰ ਪੜ੍ਹੀਏ, ਸੰਸਾਰਕ ਤੌਰ 'ਤੇ ਬਾਣੀ ਨੂੰ ਸੁਣੀਏ। ਗੱਲਾਂ ਹੀ ਦੋ ਨੇ, ਤੇ ਕਰਾਉਣ ਦੀ ਤਾਂ ਗੱਲ ਕਿਤੇ ਲਿਖੀ ਨਹੀਂ ਹੋਈ। ਬਾਬੇ ਨਾਨਕ ਨੇ ਕਿਹਾ ਹੋਵੇ ਭਾਈ ਤੂੰ ਪਾਠ ਕਰਾਇਆ ਕਰ, ਹੈ ਨਾ। ਸਾਡਾ ਜ਼ੋਰ ਹੁਣ ਕਰਾਉਣ 'ਤੇ ਲੱਗਿਆ ਹੋਇਆ, ਕਰਨ 'ਤੇ ਨਹੀਂ ਲੱਗਿਆ। ਜਦੋਂ ਜੀ ਕਰਦਾ ਹੋਵੇ ਭਾਈ ਕਰਾ ਦਿਓ ਜੀ, ਆਹ ਕਰਾ ਦਿਓ ਜੀ, ਹਵਨ ਕਰਾ ਦਿਓ ਜੀ, ਪੂਜਾ ਕਰਾ ਦਿਓ ਜੀ, ਪਾਠ ਕਰਾ ਦਿਓ ਤੇ ਲਾਇਆ ਹੋਇਆ, ਕਰਨ ਦਾ ਨਹੀਂ ਹੈ। ਗੁਰੂ ਜੀ ਕਹਿੰਦੇ ਤੂੰ ਕਰਿਆ ਕਰ, ਆਪਣੇ ਆਪ ਕਰਨ ਦਾ ਤੂੰ ਆਧਾਰ ਬਣਾ ਕੇ ਚੱਲ ਵੀ ਤੂੰ ਭਾਈ ਕਰਿਆ ਕਰ। ਹੁਣ ਜਦੋਂ ਅਸੀਂ ਆਹ ਸ਼ਬਦ ਬੋਲਦੇ ਹਾਂ ਨਾ ਵੀ ਭਾਈ ਕਰਾਉਣ 'ਤੇ ਜ਼ੋਰ ਲਾਇਆ, ਕਰਾਉਣ 'ਤੇ ਜ਼ੋਰ ਲਾਇਆ, ਅਤੇ ਕਈਆਂ ਨੂੰ ਇਸ ਗੱਲਾਂ ਜਿਹੜੀਆਂ ਉਹ ਬੜੀਆਂ ਮਤਲਬ ਕਿ ਚੁੱਭਦੀਆਂ ਨੇ, ਬੜਾ ਕਈਆਂ ਨੂੰ ਦੁੱਖ ਲੱਗਦਾ ਵੀ ਇਹ ਯਾਰ ਵੀ ਆਪਣੀ ਮਾਰੀ ਜਾਂਦੇ ਆ ਇੱਦਾਂ। ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਵੀ ਗੁਰਬਾਣੀ ਦੇ ਅੰਦਰ ਅਤੇ ਇਤਿਹਾਸ ਦੇ ਅੰਦਰ ਤੁਹਾਨੂੰ ਇੱਕ ਵੀ ਸ਼ਬਦ ਇਸ ਤਰ੍ਹਾਂ ਦਾ ਨਹੀਂ ਮਿਲੂਗਾ ਕਿਤੇ ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਹੋਵੇ ਵੀ ਤੂੰ ਭਾਈ ਪਾਠ ਕਰਵਾਇਆ ਕਰ। ਕਿਤੇ ਵੀ ਲਿਖਿਆ ਹੋਵੇ, ਕਿਤੇ ਵੀ ਨਹੀਂ ਲਿਖਿਆ ਮਿਲੋ ਸੁਣ। ਜੇ ਲਿਖਿਆ ਮਿਲਦਾ ਉਹ ਇਹੀ ਮਿਲਦਾ ਵੀ ਤੂੰ ਆਪ ਕਰ, ਜਾਂ ਲਿਖਿਆ ਮਿਲਦਾ ਤੂੰ ਸੁਣ। ਬਾਣੀ ਸੁਣਨ ਵਾਸਤੇ ਇਹ ਕਿਹਾ ਗੁਰੂ ਨੇ
ਤੇ ਬਾਣੀ ਪੜ੍ਹਨ ਵਾਸਤੇ ਕਿਹਾ। ਪੜ੍ਹਨ ਵਾਸਤੇ, ਸੁਣਨ ਵਾਸਤੇ ਤੇ ਕਰਨ ਵਾਸਤੇ, ਕਰਾਉਣ ਵਾਸਤੇ ਨਹੀਂ ਕਿਹਾ ਵੀ ਤੂੰ ਜੇ ਤੂੰ ਕਰਵਾ ਲਏਗਾ ਨਾ, ਪੂਜਾ ਕਰਵਾ ਲਏਗਾ। ਇਹ ਤਾਂ ਪੰਡਤ ਲੋਕ ਵੀ ਬਥੇਰੇ ਕਰਵਾਈ ਜਾਂਦੇ ਸੀਗੇ, ਪਹਿਲਾਂ ਕੰਮ ਚੱਲੀ ਜਾਂਦਾ ਸੀ, ਫਿਰ ਗੁਰੂ ਸਾਹਿਬ ਜੀ ਨੂੰ ਢੋਲ ਢਮੱਕਾ ਵਜਾਉਣ ਦੀ ਕੀ ਲੋੜ ਸੀ। ਆਪਾਂ ਸੌਖੀ ਜੀ ਗੱਲ ਸਮਝ ਲਈਏ, ਮੰਦਰਾਂ ਦੇ ਵਿੱਚ ਪਾਠ ਹੁੰਦੇ ਹੀ ਸੀ, ਪਹਿਲਾਂ ਟੱਲ ਖੜਕਦੇ ਹੀ ਸੀਗੇ, ਹਵਨ ਹੁੰਦੇ ਹੀ ਸੀਗੇ, ਘਰਾਂ ਦੇ ਵਿੱਚ ਗੁਰਪੁਰਾਨ ਦਾ ਪਾਠ ਕੀਤਾ ਹੀ ਜਾਂਦਾ ਸੀਗਾ, ਪੰਡਤ ਲੋਕ ਕਰਦੇ ਸੀਗੇ। ਬਸ ਫਰਕ ਤਾਂ ਥੋੜ੍ਹਾ ਜਿਹੀ ਪਿਆ ਹੈਗਾ, ਅਸੀਂ ਗਾਤਰੇ ਪਾ ਲਏ, ਕੰਮ ਤਾਂ ਸਾਡੇ ਵਾਲੇ ਵੀ ਉਹੀ ਨੇ, ਮਾਫ਼ ਕਰਿਓ। ਜੇਕਰ ਕੰਮ ਸਾਰੇ ਉੱਦਾਂ ਦੀ ਨੇ ਵੀ ਉਹੋ ਜਿਹਾ ਕੜਮਾਂਜ ਜਿਹੜਾ ਸਾਰਾ ਕੁਝ, ਉਹੀ ਸਾਰਾ ਕੁਝ ਅਸੀਂ ਕਰਨਾ ਸ਼ੁਰੂ ਕੀਤਾ ਹੋਇਆ, ਅਤੇ ਗੁਰੂ ਭਲੀ ਕਰੇ ਸਾਡੇ ਸਾਰਿਆਂ ਦੇ ਉੱਪਰ, ਕਿਤੇ ਕਿਰਪਾ ਕਰੇ, ਸਾਨੂੰ ਸਮੱਤਾ ਆ ਜਾਏ ਕਿ ਅਸੀਂ ਗੁਰੂ ਦੀ ਬਾਣੀ ਨੂੰ ਆਪ ਪੜ੍ਹੀਏ ਅਤੇ ਆਪ ਵਿਚਾਰੀਏ, ਉਹਦੇ ਅਨੁਸਾਰ ਆਪਣਾ ਜੀਵਨ ਜਿਉਈਏ। ਇੱਥੇ ਆਪਾਂ ਜ਼ਿਕਰ ਕਰਦੇ ਪਏ ਸੀਗੇ ਕਿ ਮੇਰੇ ਮਨਾ ਤੂੰ ਹਰੀ ਐ ਮੇਰੀ ਰਸਨਾ, ਤੂੰ ਉਸ ਹਰੀ ਦਾ ਨਾਮ ਕਿਉਂ ਨਹੀਂ ਜਪਦੀ ਜਿਸ ਹਰੀ ਦੇ ਹੱਥ ਦੇ ਵਿੱਚ ਸਾਰਾ ਕੁਝ ਹੈ। ਅਵਰ ਸਭ ਤਿਆਗ ਬਚਨ ਰਚਨਾ, ਐ ਮੇਰੇ ਮਨਾ ਤੂੰ ਸਾਰਾ ਕੁਝ ਤਿਆਗ ਦੇ, ਭਾਵ ਕਿ ਸਭ ਕੁਝ ਛੱਡ ਕਰਕੇ ਸਿਰਫ ਕੇਵਲ ਹਰੀ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਕਰ। ਰਹਾਓ ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ। ਇੱਥੇ ਸ਼ਬਦ ਵਰਤਿਆ ਗਿਆ ਵੇਦ ਸਿੱਧ। ਹੁਣ ਗੱਲ ਕਰਦਾ ਨਾਨਾ ਖਿਆਨ ਪੁਰਾਣ, ਵੇਦ ਵਿਦ, 34 ਅੱਖਰ ਮਾਹੀ। ਹੁਣ ਇਹ ਇੱਕ ਧਰਮ ਗ੍ਰੰਥਾਂ ਦੀ ਗੱਲ ਕੀਤੀ ਗਈ ਹੈ ਗੁਰੂ ਸਵਾਰਿਓ। ਧਰਮ ਗ੍ਰੰਥਾਂ ਦੇ ਵਿੱਚ ਕੀ ਹੈ, ਸਾਰਾ ਕੁਝ ਜਿਹੜਾ ਹੈਗਾ ਤੇ ਉਹ ਮਤਲਬ ਕਿ ਉਹ ਲਿਖਿਆ ਹੋਇਆ A to Z ਜਿੰਨਾ ਵੀ ਹੈਗਾ। ਹੁਣ ਧਰਮ ਗ੍ਰੰਥ ਸਾਨੂੰ ਪੁਕਾਰ ਕੇ ਕੀ ਕਹਿੰਦੇ ਆ? ਧਰਮ ਗ੍ਰੰਥਾਂ ਦੇ ਅੰਦਰ ਸਾਨੂੰ ਸੇਧ ਕੀ ਮਿਲਦੀ ਹੈ? ਮਾੜੇ ਨਹੀਂ। ਜਦੋਂ ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਕਦੇ ਯਤਨ ਕਰੋ ਨਾ, ਕਦੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੇਖੋ, ਉਹਨਾਂ ਦੇ ਵਿੱਚ ਮਾੜੀਆਂ ਗੱਲਾਂ ਨਹੀਂ ਲਿਖੀਆਂ, ਬਹੁਤ ਸਾਰੀਆਂ ਚੰਗੀਆਂ ਗੱਲਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ। ਪਰ ਹਾਂ, ਹੁਣ ਕਈ ਵਾਰ ਇਹ ਚੀਜ਼ਾਂ ਹੁੰਦੀਆਂ, ਇੱਥੇ ਮੈਂ ਸੌਖੀ ਜਿਹੀ ਗੱਲ ਇੱਕ ਹੋਰ ਸਮਝਾ ਦਿਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਜ਼ਿਕਰ ਕਰ ਰਹੇ ਹਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਰਾਮ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਰਾਵਣ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਹਰਨਾਕਸ਼ ਦਾ ਜ਼ਿਕਰ ਆਉਂਦਾ ਹੈ, ਪ੍ਰਹਿਲਾਦ ਦਾ ਆਉਂਦਾ ਹੈ ਨਾ। ਭਾਵ ਕੀ ਹੈ ਵੀ ਬਹੁਤ ਸਾਰਾ ਜ਼ਿਕਰ ਜਿਹੜਾ ਗੁਰਬਾਣੀ ਦੇ ਅੰਦਰ ਆਉਂਦਾ ਹੈ। ਅਗਲੀ ਗੱਲ, ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਸੁਲੀ ਖਾਨ ਜਿਹੜਾ ਗੁਰੂ ਸਾਹਿਬ ਜੀ ਦੇ ਉੱਪਰ ਚੜ੍ਹ ਕੇ ਆਇਆ ਸੀਗਾ, ਜਿਹੜਾ ਆਪ ਹੀ ਖੁਦ ਮਰ ਗਿਆ ਸੀਗਾ, ਉਹਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ ਹੈ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਸ਼ਰਾਬ ਜਿਹੜੀ ਤਿਆਰ ਹੁੰਦੀ ਹੈ ਨਾ, ਸ਼ਰਾਬ ਤਿਆਰ ਹੁੰਦੀ ਹੈ, ਅਤੇ ਉਹਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ। ਪਰ ਇਹ ਕਾਰਨ ਕੀ ਹੈ? ਸੁਣਿਓ ਧਿਆਨ ਨਾਲ, ਮੈਂ ਸੰਖੇਪ ਗੱਲ ਕਰਾਂ ਕਿਉਂਕਿ ਸਮਾਂ ਬੜਾ ਸੀਮਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜ਼ਿਕਰ ਸਾਰਿਆਂ ਦਾ ਆਉਂਦਾ ਹੈ, ਪਰ ਗੁਰੂ ਸਾਹਿਬ ਜੀ ਨੇ ਉਹ ਚੀਜ਼ਾਂ ਦੇ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਪੋਜ਼ੀਟਿਵ ਪੱਖ ਦਿੱਤਾ ਸਾਨੂੰ। ਇੱਕ ਪੋਜ਼ੀਟਿਵ ਪੱਖ ਕੀ ਦਿੱਤਾ ਵੀ ਜੇ ਗੱਲ ਰਾਮ ਦੀ ਕੀਤੀ ਤਾਂ ਉੱਥੇ ਇਹ ਵੀ ਜ਼ਿਕਰ ਕਰਤਾ ਵੀ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਉੱਥੇ ਉਹਨੂੰ ਪਰਿਵਾਰ ਦੀ ਗੱਲ ਕਰ ਦਿੱਤੀ। ਉੱਥੇ ਰਾਮ ਸ਼ਬਦ ਜਿਹੜਾ ਗਾ ਉਹ ਇਤਿਹਾਸਕ ਕਹਾਣੀ ਦੇ ਵਿੱਚੋਂ ਲੈਤਾ ਗਿਆ। ਰਾਵਣ ਸ਼ਬਦ ਜਿਹੜਾ ਨਾਮ ਸੀਗਾ, ਰਾਵਣ ਸੀਗਾ, ਉਹ ਵੀ ਇਤਿਹਾਸਕ ਕਹਾਣੀ 'ਚ ਲੈਤਾ ਗਿਆ। ਹੁਣ ਨਾ ਤਾਂ ਕਿਸੇ ਨੇ ਰਾਵਣ ਦੀ ਲੰਕਾ ਦੇਖੀ ਹੈ, ਕੋਈ ਨਾਮੋ ਨਿਸ਼ਾਨ ਹੈ ਕਿਸੇ ਕੋਲ? ਕੋਈ ਤੱਥ ਮਿਲਦਾ ਸਾਨੂੰ ਕਿਸੇ ਨੂੰ ਵੀ ਮਿਲਦਾ ਹੋਵੇ ਵੀ ਰਾਵਣ ਦੀ ਲੰਕਾ ਕਿੱਥੇ ਸੀ, ਕਿਸ ਤਰ੍ਹਾਂ ਸੀਗਾ, ਕਿਵੇਂ ਯੁੱਧ ਹੋਇਆ, ਕੀ ਹੋਇਆ? ਲਿਖਿਆ ਜ਼ਰੂਰ ਮਿਲਦਾ, ਪਰ ਉਹਦਾ ਹਵਾਲਾ ਕੋਈ ਨਹੀਂ ਦੇ ਸਕਦਾ, ਉਹਨੂੰ ਸਪਸ਼ਟ ਨਹੀਂ ਕੋਈ ਕਰ ਸਕਦਾ ਵੀ ਹਾਂ ਫਲਾਨੀ ਜਗ੍ਹਾ 'ਤੇ ਉਹ ਹੈ, ਵੀ ਇੱਥੇ ਸੀਗੀ। ਕਦੇ ਫਰੋਲ ਕੇ ਵੇਖਿਓ ਕਦੇ ਇਤਿਹਾਸ ਨੂੰ, ਤੁਸੀਂ ਉਹ ਇਤਿਹਾਸ ਨੂੰ ਪੜ੍ਹੋਗੇ ਜ਼ਰੂਰ। ਇਹਨੂੰ ਇਤਿਹਾਸਕ ਕਹਾਣੀਆਂ ਕਹਿੰਦੇ ਆ। ਯੁੱਧ ਹੋਇਆ ਜੀ, ਇੱਦਾਂ ਹੋਇਆ ਜੀ, ਉਹ ਹੋ ਗਿਆ, ਸਾਰਾ ਕੁਝ ਲਿਖੇ, ਪਰ ਕਿੱਥੇ ਹੈ, ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਉਹ ਕਿੱਥੇ ਸੀਗਾ, ਉਹਦਾ ਕੁਝ ਨਹੀਂ ਹਵਾਲਾ ਮਿਲਦਾ। ਅਖੀਰ 'ਤੇ ਜਿਹੜੀ ਅਸਲ ਗੱਲ ਮੈਂ ਕਹਿਣ ਜਾ ਰਿਹਾ, ਉਹਦਾ ਭਾਵ ਇਹ ਹੈ ਵੀ ਇੱਥੇ ਗੁਰੂ ਸਾਹਿਬ ਜੀ ਨੇ ਇੱਕੋ ਹੀ ਗੱਲ ਸਪਸ਼ਟ ਸਾਨੂੰ ਬਾਣੀ ਸਮਝਾਈ ਹੈ ਵੀ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਗਾਲੀ ਹੋਸੀਆਂ। ਭਾਵ ਕੀ ਹੈ ਵੀ ਧਰਮ ਗ੍ਰੰਥ ਜਿਹੜੇ ਹੈ ਤੇ ਸਾਨੂੰ ਉਹ ਪੁਕਾਰ ਕੇ ਇੱਕ ਗੱਲ ਸਾਡੇ ਸਾਹਮਣੇ ਰੱਖ ਦਿੰਦੇ
ਵੀ ਭਾਈ ਤੂੰ ਬਾਕੀ ਸਾਰੇ ਫਲਸਫਿਆਂ ਨੂੰ ਛੱਡ, ਬਾਕੀ ਸਾਰੀਆਂ ਮਿਥਿਹਾਸਕ ਕਹਾਣੀਆਂ ਨੂੰ ਤੂੰ ਛੱਡ ਦੇ, ਬਸ ਸਿਰਫ ਕੇਵਲ ਤੇ ਕੇਵਲ ਇਸ ਗੱਲ ਦੇ ਉੱਪਰ ਜ਼ੋਰ ਦੇ ਵੀ ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹਦਾ ਪਿਆ ਉਹਨੇ ਤੇ ਉਹਨਾਂ ਜੀਵਨ ਦੇ ਵਿੱਚ ਖੱਟਿਆ ਕੀ ਹੈ, ਬਸ ਉਹਨਾਂ ਦੇ ਪੱਲੇ ਕੀ ਪਿਆ। ਜੇ ਰਾਵਣ ਆਪਣੇ ਆਪ ਨੂੰ ਵਿਦਵਾਨ ਕਹਾਉਂਦਾ ਪਿਆ ਸੀ, ਜੇ ਰਾਵਣ ਆਪਣੇ ਆਪ ਨੂੰ ਵੇਦਾਂ ਦਾ ਗਿਆਤਾ ਕਹਾਉਂਦਾ ਪਿਆ ਸੀ, ਤਾਂ ਰਾਵਣ ਇਸ ਦੁਨੀਆ ਤੋਂ ਖੱਟ ਕੇ ਕੀ ਲੈ ਕੇ ਗਿਆ। ਗੱਲ ਤਾਂ ਇਹਦੀ ਕਰਨੀ ਨਾ, ਜ਼ਿਕਰ ਤਾਂ ਇਹਦਾ ਆਉਂਦਾ। ਤੇ ਜਿਹੜੇ ਜਿਨ੍ਹਾਂ ਦੀ ਲੜਾਈ ਹੁੰਦੀ ਰਹੀ, ਸੀਤਾ ਪਿੱਛੇ ਲੜਾਈ ਹੁੰਦੀ ਰਹੀ, ਰਾਮ ਅਤੇ ਰਾਵਣ ਦੀ ਮਤਲਬ ਕਿ ਲੜਾਈ ਹੋਈ, ਜੰਗ ਹੋਈ, ਯੁੱਧ ਹੋਈ, ਉਹਨਾਂ ਨੇ ਇਹਦੇ ਪਿੱਛੇ ਲੱਗ ਕੇ ਖੱਟਿਆ ਕੀ, ਆਪਣੇ ਪਰਿਵਾਰ ਨੂੰ ਗਵਾ ਲਿਆ, ਦੁਨੀਆ ਤੋਂ ਸੰਸਾਰ ਤੋਂ ਚਲੇ ਗਏ। ਭਾਵ ਕੀ ਸੀ ਵੀ ਇਸ ਦੁਨੀਆ ਤੇ ਸੰਸਾਰ ਤੇ ਸਿਰਫ ਕੇਵਲ ਤੇ ਕੇਵਲ ਨਾਮ ਨੂੰ ਜਪਣ ਵਾਸਤੇ ਤੇ ਉਹਦੀ ਵਡਿਆਈ ਕਰਨ ਵਾਸਤੇ ਅਸੀਂ ਦੁਨੀਆ ਤੇ ਸੰਸਾਰ ਤੇ ਆਏ ਹਾਂ। ਇੱਥੇ ਵੀ ਭਗਤ ਰਵਿਦਾਸ ਜੀ ਸਾਨੂੰ ਆਹੀ ਚੀਜ਼ ਸਮਝਾਉਂਦੇ ਨੇ, ਵੇਦ ਵਿਦ 34 ਅੱਖਰ ਮਾਹੀ, ਵੀ ਆਹੀ ਅੱਖਰ ਜਿਹੜੇ ਹੈ ਸਾਨੂੰ ਉਹਨਾਂ ਧਰਮ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਮਿਲਦੇ ਨੇ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਕਹਿੰਦੇ ਬਿਆਸ ਵਿਚਾਰ ਕਰਿਓ ਪਰਮਾਰਥ, ਆ ਸਾਰੀ ਵਿਚਾਰ ਜਿਹੜੀ ਉਹਦੀ ਪਰਮਾਰਥ ਹੈ ਬਸ ਰਾਮ ਨਾਮ ਸਰ ਨਾਹੀ। ਵੀ ਭਾਵ ਕੀ ਇਕੱਲ ਕੇਵਲ ਉਹਦੇ ਰਾਮ ਦਾ ਨਾਮ ਨਹੀਂ ਹੈ, ਬਸ ਸਿਮਰਨ ਨਹੀਂ ਹੈ, ਬਾਕੀ ਸਾਰੀਆਂ ਧਰਮ ਗ੍ਰੰਥਾਂ ਦੇ ਵਿੱਚ ਵਿਚਾਰਾਂ ਸਾਨੂੰ ਮਿਲ ਜਾਂਦੀਆਂ ਨੇ। ਸਹਿਜ ਸਮਾਦ ਉਪਾਦ ਰਹਿਤ ਫੁਨ, ਵੱਡਾ ਭਾਗ ਲਿਵ ਲਾਗੀ। ਗੁਰੂ ਸਾਹਿਬ ਸ਼ਬਦ ਦੇ ਅਖੀਰਲੇ ਬੰਦਾਂ ਦੇ ਅੰਦਰ ਭਗਤ ਰਵਿਦਾਸ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ, ਸਹਿਜ ਸਮਾਦ ਉਪਾਦ ਰਹਿਤ ਫੁਨ, ਵੱਡਾ ਭਾਗ ਲਿਵ ਲਾਗੀ। ਵੀ ਜਦੋਂ ਮੇਰੀ ਵੱਡੇ ਭਾਗਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਲਿਵ ਜੁੜ ਗਈ, ਜਦੋਂ ਮੇਰੀ ਲਿਵ ਉਹਦੇ ਸਿਮਰਨ ਨਾਲ ਜੁੜ ਗਈ, ਕਹਿੰਦੇ ਉਦੋਂ ਮੇਰੇ 'ਚ ਸਹਿਜ ਆ ਗਿਆ, ਉਦੋਂ ਮੇਰੇ 'ਚ ਟਿਕਾ ਆ ਗਿਆ, ਉਦੋਂ ਮੇਰੀ ਸਮਾਧੀ ਲੱਗ ਗਈ। ਸਮਾਧੀ ਲੱਗ ਜਾਣਾ ਭਾਵ ਕਿ ਇੱਕ ਲੀਨ ਹੋ ਜਾਣਾ, ਇੱਕ ਟਿਕਾ ਅਵਸਥਾ ਬਣ ਜਾਣੀ, ਇੱਕ ਉਪਾਧੀ ਮਿਲ ਜਾਣੀ। ਰਹਿਤ ਭਾਵ ਕਿ ਇੱਕ ਥਾਂ 'ਤੇ ਟਿਕ ਜਾਣਾ। ਮੇਰੇ ਫੁਰਨੇ ਜਿਹੜੇ ਸੀਗੇ ਉਹ ਮੇਰੇ ਸਾਰੇ ਖਤਮ ਹੋ ਗਏ। ਇਹਨੂੰ ਆਪਾਂ ਸੌਖੇ ਸ਼ਬਦਾਂ 'ਚ ਕਹਿ ਸਕਦੇ ਵੀ ਜਿਹਨੇ ਮੈਂ ਅਨਹਦ ਦੇ ਵਿੱਚ ਬੈਠ ਗਿਆ, ਭਾਵ ਕਿ ਇੱਕ ਇਕਾਗਰਤਾ ਬਣਾ ਕੇ ਇੱਕ ਅਡੋਲ ਅਵਸਥਾ ਜਿਹੜੀ ਹੈਗੀ ਉਹ ਮੈਨੂੰ ਪ੍ਰਾਪਤ ਹੋ ਗਈ। ਕਦੋਂ ਪ੍ਰਾਪਤ ਹੋਈ? ਜਦੋਂ ਕਹਿੰਦੇ ਮੇਰੀ ਲਿਵ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਗਈ ਹੈ। ਕਹਿ ਰਵਿਦਾਸ ਪਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਅਖੀਰ ਤੇ ਭਗਤ ਰਵਿਦਾਸ ਜੀ ਨੇ ਕਹਿ ਦਿੱਤਾ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ। ਜਦੋਂ ਮੇਰੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਜਦੋਂ ਚਾਨਣ ਹੋ ਗਿਆ, ਜਦੋਂ ਗਿਆਨ ਮਿਲ ਗਿਆ। ਗਿਆਨ ਕੀ ਮਿਲਿਆ? ਵੀ ਸਾਰਾ ਕੁਝ ਫਰੋਲ ਕੇ ਵੇਖ ਲਿਆ, ਧਰਮ ਗ੍ਰੰਥ ਫਰੋਲ ਕੇ ਵੇਖ ਲਏ, ਸਭ ਕੁਝ ਕਰਕੇ ਵੇਖ ਲਿਆ। ਬਸ ਇੱਕ ਗੱਲ ਸਮਝ ਲੱਗ ਗਈ ਵੀ ਸਾਰਾ ਕੁਝ ਪ੍ਰਭੂ ਦੇ ਹੱਥ ਦੇ ਵਿੱਚ ਹੈ। ਆਹੀ ਗਿਆਨ ਆ, ਹੋਰ ਤਾਂ ਇਹ ਕੁਝ ਨਹੀਂ। ਗਿਆਨ ਕੋਈ ਬਹੁਤੀ ਗੱਲ ਨਹੀਂ ਹੈ। ਭਾਵ ਕਿ ਪਕੜ ਦੇ ਵਿੱਚ ਅਸੀਂ ਇਹ ਗੱਲ ਲੈ ਕੇ ਆਉਣੀ ਹੈ ਵੀ ਬਾਕੀ ਸਾਰਾ ਕੁਝ ਛੱਡ ਕੇ ਸਿਰਫ ਇੱਕ ਦੇ ਲੜ ਲੱਗ ਜਾਈਏ। ਜਿਵੇਂ ਭਗਤ ਰਵਿਦਾਸ ਜੀ ਨੇ ਸਾਨੂੰ ਕਿਹਾ ਵੀ ਇੱਕ ਦੇ ਨਾਲ ਲਿਵ ਜੋੜਨੀ, ਉਹਦੇ ਹੱਥ ਦੇ ਵਿੱਚ ਹੀ ਸਾਰਾ ਕੁਝ। ਸੁੱਖ ਚਾਹੁੰਦੇ ਆ ਤਾਂ ਵੀ ਉਹਦੇ ਕੋਲੋਂ ਮਿਲਣੇ, ਧਨ ਦੌਲਤ ਚਾਹੁੰਦੇ ਆ ਤਾਂ ਵੀ ਉਹਦੇ ਕੋਲੋਂ ਮਿਲਣੀ ਆ, ਬਖਸ਼ਿਸ਼ਾਂ ਚਾਹੁੰਦੇ ਆ ਤਾਂ ਵੀ ਉਹਦੇ ਕੋਲੋਂ ਮਿਲਣੀ ਹੈ, ਵਡਿਆਈਆਂ ਚਾਹੁੰਦੇ ਆ ਤਾਂ ਵੀ ਉਹਦੇ ਕੋਲੋਂ ਮਿਲਣੀ ਹੈ। ਕਿਹਦੇ ਕੋਲੋਂ ਮਿਲਣੀ ਹੈ? ਇੱਕ ਕੋਲੋਂ। ਸਾਰਾ ਕੁਝ ਇੱਕ ਦੇ ਹੱਥ ਦੇ ਵਿੱਚ ਹੈ, ਫਿਰ ਦੂਜੇ ਅੱਗੇ ਹੱਥ ਅੱਡਣ ਦਾ ਕੀ ਲੋੜ ਹੈ? ਇਸ ਕਰਕੇ ਤਾਂ ਗੁਰੂ ਜੀ ਕਹਿੰਦੇ ਆ, ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਹੇ ਆ। ਆਪਣੇ ਪ੍ਰਭੂ ਨੂੰ ਛੱਡ ਕਰਕੇ ਜੇ ਅਸੀਂ ਦੂਜਿਆਂ ਦੇ ਨਾਲ ਜੁੜਦੇ ਹਾਂ ਤਾਂ ਮਰਾਂਗੇ, ਫਿਰ ਡੁੱਬਾਂਗੇ, ਹੋਰ ਕੋਈ ਹੱਲ ਨਹੀਂ ਹੈ। ਬਸ ਇੱਕ ਮੈਂ ਇਸ ਜ਼ਿਕਰ ਜ਼ਰੂਰ ਕਰਾਂਗਾ, ਜਿੰਨਾ ਮਰਜ਼ੀ ਆਪਾਂ ਕਹਿ ਦਈਏ ਗੁਰੂ ਸਵਰੋਂ, ਮਨ ਨਾ ਜਿਹੜਾ ਸਾਡਾ ਇਹ ਡੋਲ ਜਾਂਦਾ, ਇਹ ਇੱਕ ਥਾਂ 'ਤੇ ਖੜਦਾ ਹੀ ਨਹੀਂ। ਸਾਨੂੰ ਭਰੋਸਾ ਹੀ ਨਹੀਂ ਹੈ ਗੁਰੂ 'ਤੇ। ਸਭ ਤੋਂ ਵੱਡੀ ਗੱਲ ਇਹ, ਗੁਰੂ 'ਤੇ ਭਰੋਸਾ ਬਣਾਈਏ ਆਪਣਾ, ਗੁਰੂ 'ਤੇ ਸਰਦਾ ਬਣਾਈਏ। ਬੂਵਣੇ ਸਾਧਾਂ ਤੋਂ, ਬੂਵਣੇ ਬਾਬਿਆਂ ਤੋਂ, ਜਾਂ ਕਿਤੇ ਹੋਰ ਪਖੰਡੀਆਂ ਤੋਂ, ਦੇਹ ਧਾਰੀਆਂ ਤੋਂ, ਟੂਣੇ ਡਾਮਣਾ ਤੋਂ, ਤਵੀਤਾਂ ਤੋਂ, ਧਾਗੇ ਤਵੀਤਾਂ ਤੋਂ, ਪਾਣੀ ਕਰਾਉਣ ਤੋਂ ਪਰਹੇਜ਼ ਰੱਖੀਏ। ਕਿਸੇ ਨੇ ਕੁਝ ਨਹੀਂ ਦੇਣਾ। ਜਿੰਨਾ ਕੁਛ ਮਰਜ਼ੀ ਇਹ ਸਿਆਣਿਆਂ ਸੱਪਿਆਂ ਦੇ ਵਿੱਚ ਆਪਾਂ ਨਾ ਪਈਏ। ਦੁਨੀਆ ਦੇ ਲੋਕ ਅੱਜ ਇੰਨਾ ਕੁ ਜਕੜੇ ਹੋਏ ਨੇ, ਇਹਨਾਂ ਲੋਕਾਂ ਨੇ ਇੰਨਾ ਕੁ ਗਮਰਾਹ ਕੀਤਾ, ਇਹ ਬੁੱਧੂ ਬਣਾਉਣ 'ਤੇ ਲੱਗੇ ਹੋਏ ਨੇ। ਕੋਈ ਕਿਸੇ ਦਾ ਕੁਝ ਨਹੀਂ ਕਰ ਸਕਦਾ। ਬਾ ਇੱਕ ਗੱਲ ਯਾਦ ਰੱਖਿਓ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲਣਾ ਜਾਣਾ ਮਾਇਆ ਮਦ ਮਾਤਾ ਮਰਨਾ,
ਚੀਤ ਨਾ ਆਵੈ। ਸਿਜਦਾ ਸਾਹਿਬ ਡਾਡਾ ਹੋਏ ਤਿਸਨੋਂ ਮਾਰ ਨਾ ਸਕੈ ਕੋਈ। ਇੱਕ ਤੇ ਭਰੋਸਾ ਬਣਾ ਕੇ ਰੱਖੀਏ, ਇੱਕ ਤੇ ਵਿਸ਼ਵਾਸ ਰੱਖੀਏ, ਬਾਕੀ ਸਭ ਕੁਝ ਅਸੀਂ ਛੱਡ ਦਈਏ, ਤਿਆਗ ਦਈਏ। ਇਹੋ ਹੀ ਗੱਲ ਅੱਜ ਭਗਤ ਰਵਿਦਾਸ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਵੀ ਮੈਂ ਅੰਦਰ ਮੇਰੇ ਪ੍ਰਕਾਸ਼ ਹੋ ਗਿਆ। ਜਦੋਂ ਮੇਰੇ ਅੰਦਰ ਪ੍ਰਕਾਸ਼ ਹੋ ਗਿਆ ਫਿਰ ਕੀ ਹੋ ਗਿਆ? ਜਨਮ ਮਰਨ ਭੈ ਭਾਗਾ। ਭਾਵ ਕਿ ਜਨਮ ਤੇ ਮਰਨ ਦਾ ਭੈ ਸੀ, ਜਿਹੜਾ ਡਰ ਸੀਗਾ, ਉਹ ਮੇਰਾ ਖਤਮ ਹੋ ਗਿਆ। ਆਹੀ ਸਭ ਤੋਂ ਵੱਡੀ ਗੱਲ ਹੈ। ਕਦੋਂ ਖਤਮ ਹੋਇਆ? ਜਦੋਂ ਮੈਂ ਇੱਕ ਤੇ ਭਰੋਸਾ ਬਣਾ ਲਿਆ। ਇਹਨਾਂ ਸ਼ਬਦਾਂ ਨਾਲ ਸਮਾਪਤੀ ਹੈ ਜੀ। ਭੁੱਲਾ ਚੁੱਕਾਂ ਦੀ ਖਿਮਾ ਆਪ ਸਰੋਤ ਸੰਗਤ ਬਖਸ਼ਣ ਯੋਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਣਹਾਰਾਂ ਨੂੰ ਬਖਸ਼ ਲੈਣਾ ਜੀ। ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।